ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਇਸ ਆਨਲਾਈਨ ਸਵੇਰ ਦੀ ਕਲਾਸ ਵਿੱਚ ਜੁੜ ਚੁੱਕੇ ਹੋ, ਜਿਸ ਵਿੱਚ ਆਪਾਂ ਭਾਈ ਗੁਰਦਾਸ ਜੀ ਦੀ ਜੋ ਪਹਿਲੀ ਵਾਰ ਹੈ ਉਹਦੇ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ। ਕਿਉਂਕਿ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਪਾਵਨ ਪ੍ਰਕਾਸ਼ ਪੁਰਬ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਆਉਣ ਵਾਲਾ ਹੈ। ਤਾਂ ਕਰਕੇ ਆਪਾਂ ਜੋ ਭਾਈ ਗੁਰਦਾਸ ਜੀ ਦੀ ਇਹ ਪਹਿਲੀ ਵਾਰ ਹੈ, ਜਿਸ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਬਾਰੇ ਬੜੇ ਹੀ ਸੁੰਦਰ ਢੰਗ ਦੇ ਨਾਲ ਬਿਆਨ ਕੀਤਾ ਹੈ। ਪਿਛਲੇ ਦਿਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਹੈ ਕਿ ਕਿਸ ਤਰ੍ਹਾਂ ਮਨੁੱਖ ਦੇਹੀ ਜਿਹੜੀ ਹੈ ਉਹ ਸਭ ਤੋਂ ਉੱਤਮ ਹੈ। ਉਸ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਇਹ ਦੱਸਿਆ ਕਿ ਕਿਵੇਂ ਕਿਵੇਂ ਇਸ ਧਰਤੀ ਦੇ ਉੱਤੇ ਜਿਹੜਾ ਹੈ ਸਮੇਂ-ਸਮੇਂ ਦੇ ਨਾਲ ਅਵਤਾਰ ਆਏ ਨੇ ਤੇ ਸਮੇਂ-ਸਮੇਂ ਦੇ ਨਾਲ ਉਹਨਾਂ ਨੇ ਆਪਣੇ ਜੋ ਵੀ ਸਾਧ ਸੰਗਤ ਉਹਨਾਂ ਦੇ ਉਪਦੇਸ਼ ਸਨ ਉਹ ਦਿੱਤੇ ਤੇ 4 ਵੇਦਾਂ ਦੀ ਰਚਨਾ ਇਸ ਧਰਤੀ ਦੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਹੋਈ ਹੈ। ਉਹਦੇ ਨਾਲ ਵੱਖ-ਵੱਖ ਧਰਮ ਜਿਹੜੇ ਆ ਇਸ ਧਰਤੀ ਦੇ ਉੱਤੇ ਉਤਪੰਨ ਹੋਏ ਆ, ਪੈਦਾ ਹੋਏ ਆ ਤੇ ਉਹਦੇ ਨਾਲ ਹੀ ਜਿਹੜਾ ਹੈ ਅਵਤਾਰਵਾਦ ਵੀ ਇਸ ਧਰਤੀ ਦੇ ਉੱਤੇ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਫਿਰ ਇਹ ਸਾਰਾ ਕੁਝ ਬਿਆਨ ਕਰਨ ਤੋਂ ਬਾਅਦ ਅੱਗੇ ਜਾ ਕੇ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦਾ ਕਾਰਨ ਬਿਆਨ ਕਰਨਗੇ ਕਿ ਕਿਉਂ ਦਾਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਧਰਤੀ ਦੇ ਉੱਤੇ ਅਵਤਾਰ ਧਾਰਨ ਕਰਨ ਦੀ ਲੋੜ ਪਈ। ਸੋ ਪਿਛਲੇ ਜਿੰਨੀਆਂ ਵੀ ਸਾਧ ਸੰਗਤ ਕਲਾਸਾਂ ਹਨ ਉਹਨਾਂ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੋਂ ਪਹਿਲਾਂ ਦੀ ਗਾਥਾ ਹੈ ਉਹ ਭਾਈ ਗੁਰਦਾਸ ਜੀ ਬਿਆਨ ਕਰ ਰਹੇ ਹਨ। ਤੇ ਕੱਲ ਆਪ ਜੀ ਨੇ ਸਾਧ ਸੰਗਤ ਭਾਈ ਸ਼ਿਵਤਾਰ ਸਿੰਘ ਜੀ ਪਾਸੋਂ ਸਰਵਣ ਕੀਤਾ ਸੀ ਕਿ ਕਿਵੇਂ ਕਿਵੇਂ ਲੋਕਾਂ ਦੀ ਆਰਜਾ ਸੀ, ਉਮਰ ਸੀ, ਫਿਰ ਕਿਵੇਂ ਇਹ ਯੁੱਗ ਬਣੇ, ਕਿ ਕੀ ਵਿਸਥਾਰ ਹੋਇਆ, ਇਹਦੇ ਬਾਰੇ ਆਪ ਜੀ ਨੇ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ। ਅੱਜ ਉਸੇ ਹੀ ਵਿਚਾਰ ਨੂੰ ਅੱਗੇ ਭਾਈ ਗੁਰਦਾਸ ਜੀ ਨੇ ਵਧਾਇਆ ਹੈ ਕਿ ਉਹਨਾਂ ਨੇ ਬਖਸ਼ਿਸ਼ਾਂ ਕੀ ਰਹਿਮਤਾਂ ਕੀਤੀਆਂ ਹਨ, ਕੀ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਦਾ ਹਾਲ ਜਿਹੜਾ ਵਰਣਨ ਕੀਤਾ ਹੈ। ਕਿਉਂਕਿ ਸਾਧ ਸੰਗਤ ਅੱਗੇ ਜਾ ਕੇ ਭਾਈ ਗੁਰਦਾਸ ਜੀ ਗੱਲ ਕਹਿਣਗੇ ਕਿ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸੁਭਾਏ। ਕਿ ਐਸੀ ਹਾਲਾਤ ਇਸ ਸੰਸਾਰ ਦੀ ਹੋ ਗਈ ਸੀ ਕਿ ਖਹਿ ਮਰਦੇ ਬਾਹਮਣ ਮੌਲਾਣੇ ਆਪਸ ਦੇ ਵਿੱਚ ਖਹਿ ਕੇ ਮਰ ਰਹੇ ਸਨ। ਇੰਨੇ ਹਾਲਾਤ ਮਾੜੇ ਹੋ ਗਏ ਸੀ, ਧਾਰਮਿਕ ਤੌਰ ਦੇ ਉੱਤੇ ਵੀ, ਰਾਜਨੀਤਿਕ ਤੌਰ ਦੇ ਉੱਤੇ ਵੀ ਗਿਰਾਨੀ ਆ ਗਈ। ਫਿਰ ਉਸ ਤੋਂ ਬਾਅਦ ਹਾਲਾਤ ਇੰਨੇ ਕੁ ਮਾੜੇ ਹੋ ਗਏ ਕਿ ਕੋਈ ਵੀ ਕਿਸੇ ਨੂੰ ਭਾਵ ਕੇ ਬੁਲਾ ਕੇ ਵੀ ਖੁਸ਼ ਨਹੀਂ ਸੀ। ਹਰ ਕੋਈ ਆਪਣੇ ਹੀ ਧਰਮ ਨੂੰ ਚੰਗਾ ਕਹਿਣ ਦੇ ਵਿੱਚ ਲੱਗਾ ਹੋਇਆ ਸੀ। ਪਰ ਭਾਈ ਗੁਰਦਾਸ ਜੀ ਨੇ ਇੰਨੀ ਕੁ ਰਹਿਮਤ ਕੀਤੀ ਹੈ, ਇੰਨਾ ਕੁ ਦੱਸਣਾ ਕੀਤਾ ਹੈ, ਬੜੇ ਵਿਸਥਾਰ ਦੇ ਨਾਲ ਉਹਨਾਂ ਨੇ ਗੱਲ ਜਿਹੜੀ ਜ਼ਾਹਰ ਕੀਤੀ ਹੈ ਕਿ ਭਾਈ ਕਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਗਤ ਦਾ ਕਲਿਆਣ ਕਰਨ ਵਾਸਤੇ ਧਰਤੀ ਦੇ ਉੱਤੇ ਆਪਣਾ ਅਵਤਾਰ ਧਾਰਨ ਕੀਤਾ। ਉਸ ਤੋਂ ਪਹਿਲਾਂ ਦੇ ਕੀ ਹਾਲਾਤ ਸਨ ਉਹਨਾਂ ਦੇ ਬਾਰੇ ਜੋ ਭਾਈ ਗੁਰਦਾਸ ਜੀ ਨੇ ਚਾਨਣਾ ਪਾਇਆ ਹੈ, ਉਹਦੇ ਬਾਰੇ ਕੱਲ੍ਹ ਦੀ ਜੋ ਗੱਲ ਚੱਲ ਰਹੀ ਹੈ ਮੈਂ ਆਪ ਜੀ ਨਾਲ ਸਕਰੀਨ ਸਾਂਝੀ ਕਰ ਦੇਵਾਂ ਤਾਂ ਕਿ ਆਪ ਜੀ ਫਿਰ ਉਸੇ ਹੀ ਵਾਹਿਗੁਰੂ ਵਿਸ਼ੇ ਦੇ ਨਾਲ ਜੁੜ ਸਕੋ। ਹਾਂਜੀ ਸਾਧ ਸੰਗਤ, ਸੋ ਆਪ ਜੀ ਦੀ ਸਕਰੀਨ ਦੇ ਉੱਪਰ ਹੈ ਇਹ ਭਾਈ ਗੁਰਦਾਸ ਜੀ ਦੀ ਜੋ ਪਹਿਲੀ ਵਾਰ ਹੈ ਉਸ ਵਾਰ ਦੀ ਇਹ ਸਾਧ ਸੰਗਤ 6ਵੀਂ ਪੌੜੀ ਆਪ ਜੀ ਦੀ ਸਕਰੀਨ ਉੱਪਰ ਹੈ। ਇਹ 6ਵੀਂ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਜੋ ਦੱਸਿਆ ਹੈ ਕਿ ਤ੍ਰੇਤੇ ਛਤਰੀ ਰੂਪ ਧਾਰ ਸੂਰਜ ਵੰਸੀ ਬੜ ਅਵਤਾਰਾ, 9 ਹਿੱਸੇ ਗਈ ਆਰਜਾ ਮਾਇਆ ਮੋਹ ਅਹੰਕਾਰ ਪਸਾਰਾ, ਦੁਆਪਰ ਜਾਦਵ ਵੇਸ ਕਰ ਜੁਗ ਜੁਗ ਔਦ ਘਟੇ ਆਚਾਰਾ, ਰਿਗ ਵੇਦ ਮੈਂ ਬ੍ਰਹਮ ਕ੍ਰਿਤ ਪੂਰਬ ਮੁਖ ਸੁਭ ਕਰਮ ਵਿਚਾਰਾ, ਖੱਤਰੀ ਥਾਪੇ ਜਜੁਰਵੇਦ ਦੇਖਣ ਮੁਖ ਮੌਦਾਨ ਦਾ ਤਾਰਾ, ਵੈਸੋਂ ਥਾਪਿਆ ਸਿਆਮ ਵੇਦ
ਪੱਛਮ ਮੁਖ ਕਰ ਸੀਸ ਨਿਵਾਰਾ, ਰਿਗ ਨੀਲੰਬਰ ਜਜੁਰ ਪੀਤ ਸੇਵਤੰਬਰ ਕਰ, ਸਿਆਮ ਸੁਧਾਰਾ, ਤ੍ਰੇਹੋ ਜੁਗੀ ਤ੍ਰੈ ਧਰਮ ਵਿਚਾਰਾ। ਸੋ ਇਹ ਮੂਲ ਪਾਠ ਸਾਧ ਸੰਗਤ ਆਪ ਜੀ ਨੇ ਸਰਵਣ ਕੀਤਾ। ਭਾਈ ਗੁਰਦਾਸ ਜੀ ਨੇ ਇਹਦੇ ਵਿੱਚ ਇਹ ਦੱਸਣਾ ਕੀਤਾ ਹੈ ਕਿ ਭਾਈ ਜੋ ਪਿਛੇ ਉਹਨਾਂ ਨੇ ਯੁੱਗਾਂ ਆਦਿਕ ਦਾ ਜਿਹੜਾ ਵਰਣਨ ਕੀਤਾ ਹੈ ਕਿ 4 ਯੁੱਗ ਥਾਪੇ ਗਏ, ਉਹਨਾਂ ਦੇ ਵਿੱਚੋਂ ਹੁਣ ਸਾਧ ਸੰਗਤ ਇਸ ਪੌੜੀ ਦੇ ਵਿੱਚ ਤਿੰਨਾਂ ਯੁੱਗਾਂ ਦੀ ਗੱਲ ਕਰਕੇ ਫਿਰ ਇਸ ਤੋਂ ਅਗਲੀ ਪੌੜੀ ਦੇ ਵਿੱਚ ਉੱਥੇ ਯੁੱਗ ਕਲਯੁੱਗ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ। ਸੋ ਕੀ ਬਖਸ਼ਿਸ਼ ਕਰਦੇ ਹਨ ਭਾਈ ਗੁਰਦਾਸ ਜੀ? ਕਹਿੰਦੇ ਆ, ਤ੍ਰੇਤੇ ਛਤਰੀ ਰੂਪ ਧਾਰ, ਸੂਰਜ ਵੰਸੀ ਬੜ ਅਵਤਾਰ। ਕਹਿੰਦੇ ਤ੍ਰੇਤਾ ਯੁੱਗ ਆਇਆ। ਤ੍ਰੇਤੇ ਯੁੱਗ ਦੇ ਵਿੱਚ ਕੀ ਹੋਇਆ ਕਿ ਛਤਰੀ ਵਰਨ ਦੇ ਵਿੱਚ ਰਾਮਚੰਦਰ ਜੀ ਵੱਡ ਅਵਤਾਰ ਹੋਏ। ਛਤਰੀ ਵੰਸ਼ ਦੇ ਵਿੱਚ, ਖੱਤਰੀ ਵੰਸ਼ ਦੇ ਵਿੱਚ ਅਵਤਾਰ ਹੋਇਆ ਹੈ ਰਾਮ ਜੀ ਦਾ ਵੱਡ ਅਵਤਾਰਾ। ਸੂਰਜ ਵੰਸ਼ ਇਹਨਾਂ ਦਾ ਵੰਸ਼ ਚੱਲਦਾ ਸੀ, ਸੂਰਜਵੰਸ਼ੀ ਸਨ। ਸੂਰਜਵੰਸ਼ ਦੇ ਵਿੱਚ ਇਹਨਾਂ ਦਾ ਜਿਹੜਾ ਹੈ ਅਵਤਾਰ ਹੋਇਆ। ਭਾਈ ਗੁਰਦਾਸ ਜੀ ਕਹਿੰਦੇ ਆ, ਸੂਰਜਵੰਸ਼ੀ ਵੱਡ ਅਵਤਾਰਾ, ਬਹੁਤ ਵੱਡਾ ਇੱਕ ਰਾਜਾ ਹੋਇਆ ਰਾਮਚੰਦਰ, ਬੜਾ ਵੱਡਾ ਅਵਤਾਰ ਮੰਨਿਆ ਗਿਆ ਤ੍ਰੇਤੇ ਦਾ। 9 ਹਿੱਸੇ ਗਈ ਆਰਜਾ, ਮਾਇਆ ਮੋਹ ਹੰਕਾਰ ਪਸਾਰਾ। ਫਿਰ ਸਾਧ ਸੰਗਤ ਜੋ ਸਤਿਯੁਗ ਸੀ, ਸਤਿਯੁਗ ਤੋਂ ਬਾਅਦ ਇਹ ਜਿਹੜਾ ਤ੍ਰੇਤਾ ਯੁੱਗ ਆਇਆ, ਇਹਦੇ ਵਿੱਚ ਲੋਕਾਂ ਦੀ ਜਿਹੜੀ ਆਰਜਾ ਹੈ, ਕਿਉਂਕਿ ਕੱਲ ਦੱਸੀ ਸੀ ਉਹਨਾਂ ਨੇ ਲੱਖ ਵਰੇ ਦੀ ਆਰਜਾ ਸੀ, ਲੱਖਾਂ ਲੱਖਾਂ ਵਰਿਆਂ ਦੀ ਆਰਜਾ। ਸਾਧ ਸੰਗਤ ਇਹ ਭਾਈ ਗੁਰਦਾਸ ਜੀ ਨੇ ਜਿਹੜੀ ਗੱਲ ਕੀਤੀ ਨਾ ਇੱਥੇ ਉਮਰ ਦੀ ਆਰਜਾ ਦੀ, ਇਹ ਗੱਲ ਉਹਨਾਂ ਨੇ ਹਿੰਦੂ ਗ੍ਰੰਥਾਂ ਦੇ ਵਿੱਚੋਂ ਲੈ ਕੇ ਤੇ ਗੁਰਮਤਿ ਦ੍ਰਿੜ ਕਰਵਾਈ ਹੈ ਕਿ ਕਿਵੇਂ ਕਿਵੇਂ ਉਹ ਲੋਕ ਮੰਨਦੇ ਸਨ। ਇੱਥੇ ਇਹ ਨਾ ਸਮਝ ਲੈਣਾ ਕਿ ਭਾਈ ਗੁਰਦਾਸ ਜੀ ਨੇ ਇਹ ਗੱਲ ਪੱਕੀ ਦ੍ਰਿੜ ਕੀਤੀ ਹੈ ਕਿ ਸੱਚੀ ਉਸ ਸਮੇਂ ਇੰਨੀ ਆਰਜਾ ਹੋਵੇਗੀ ਨਹੀਂ ਹੋਵੇਗੀ, ਉਹ ਗੱਲ ਵੱਖਰੀ ਹੈ। ਪਰ ਇਹ ਗੱਲ ਉਹਨਾਂ ਨੇ ਦ੍ਰਿੜ ਕਰਵਾਈ ਹੈ ਕਿ ਭਾਈ ਉਸ ਸਮੇਂ ਜਿਹੜੀ ਸੀ ਇਹ ਆਰਜਾ ਮੰਨਦੇ ਸਨ ਹਿੰਦੂ ਧਾਰਮਿਕ ਗ੍ਰੰਥ, ਕਿ ਲੱਖ ਵਰਿਆਂ ਦੀ ਆਰਜਾ ਜਿਹੜੀ ਸੀ ਉਹ ਉਸ ਸਮੇਂ ਮੰਨੀ ਗਈ ਹੈ ਸਤਿਯੁਗ ਦੇ ਵਿੱਚ। ਫਿਰ ਉਸ ਤੋਂ ਬਾਅਦ ਤ੍ਰੇਤਾ ਆਇਆ, 9 ਹਿੱਸੇ ਗਈ ਆਰਜਾ, ਮਾਇਆ ਮੋਹ ਹੰਕਾਰ ਪਸਾਰਾ। ਫਿਰ ਲੋਕਾਂ ਦੀ ਜਿਹੜੀ ਆਰਜਾ ਸੀ, ਜਿਹੜੀ ਉਮਰ ਸੀ, 9 ਹਿੱਸੇ ਜਿਹੜੀ ਉਮਰ ਘਟ ਗਈ, ਭਾਵ ਲੱਖ ਚੋਂ 90,000 ਕੱਟ ਕੇ 10,000 ਵਰਾ ਰਹਿ ਗਈ। ਫਿਰ 9 ਹਿੱਸੇ ਖਤਮ ਹੋ ਗਏ। ਫਿਰ 10,000 ਵਰਾ, 1 ਲੱਖ ਚੋਂ 9 ਹਿੱਸੇ ਖਤਮ ਹੋ ਗਏ, 90,000 ਖਤਮ ਹੋ ਗਈ। ਫਿਰ ਕਿੰਨੀ ਰਹਿ ਗਈ? 10,000। 10,000 ਜਿਹੜੀ ਵਰਾ ਉਸ ਸਮੇਂ ਉਮਰ ਰਹਿ ਗਈ ਤ੍ਰੇਤੇ ਦੇ ਵਿੱਚ, ਜਦੋਂ ਤ੍ਰੇਤਾ ਯੁੱਗ ਆਇਆ। 9 ਹਿੱਸੇ ਗਈ ਆਰਜਾ, ਮਾਇਆ ਮੋਹ ਅਹੰਕਾਰ ਪਸਾਰਾ। ਤੇ ਫਿਰ ਮਾਇਆ ਮੋਹ ਦਾ ਜਿਹੜਾ ਹੰਕਾਰ ਦਾ ਪਸਾਰਾ ਜਿਹੜਾ ਉਸ ਸਮੇਂ ਹੋ ਗਿਆ। ਇੰਨੇ ਲੋਕ ਹੰਕਾਰੀ ਹੋ ਗਏ, ਇੰਨਾ ਕੁ ਮਤਲਬ ਮਾਇਆ ਦੇ ਵਿੱਚ ਗਰਸੇ ਗਏ ਜਦੋਂ ਰਾਮਚੰਦਰ ਜੀ ਦਾ ਅਵਤਾਰ ਹੋਇਆ। ਮਾਇਆ ਮੋਹ ਹੰਕਾਰ ਦਾ ਪਸਾਰਾ ਹੋ ਗਿਆ। ਫਿਰ ਉਸ ਤੋਂ ਬਾਅਦ ਦੁਆਪਰ ਜਾਦ ਵੇਸ ਕਰ, ਜੁਗ ਜੁਗ ਔਦ ਘਟੇ ਆਚਾਰਾ। ਕਹਿੰਦੇ ਦੁਆਪਰ ਯੁੱਗ ਆ ਗਿਆ। ਫਿਰ ਉਸ ਤੋਂ ਬਾਅਦ ਤੀਸਰਾ ਯੁੱਗ। ਸਾਧ ਸੰਗਤ ਤਿੰਨਾਂ ਯੁੱਗਾਂ ਦੀ ਵਿੱਚ ਗੱਲ ਕੀਤੀ ਹੈ। ਪਹਿਲਾ ਸਤਿਯੁੱਗ ਦੀ ਗੱਲ ਪਿਛੇ ਕਰਨ ਦੀ ਆ, ਪਿਛਲੇ ਵਾਹਿਗੁਰੂ ਪਿਛਲੀ ਜਿਹੜੀ ਪੌੜੀ ਉਹਦੇ ਵਿੱਚ ਸਤਿਯੁੱਗ ਦੀ ਗੱਲ ਕੀਤੀ ਹੈ। ਇੱਥੇ ਹੁਣ ਤ੍ਰੇਤੇ ਦੀ ਤੇ ਦੁਆਪਰ ਦੀ ਗੱਲ ਕਰ ਰਹੇ। ਕਹਿੰਦੇ ਦੁਆਪਰ ਯੁੱਗ ਆਇਆ, ਯਾਦਵ ਵੇਸ ਕਰ, ਜੁਗ ਜੁਗ ਔਦ ਘਟੈ ਆਚਾਰਾ। ਕਹਿੰਦੇ ਫਿਰ ਦੁਆਪਰ ਯੁੱਗ ਆਇਆ, ਇਹਦੇ ਵਿੱਚ ਯਾਦਵ ਵੰਸ਼ ਦੇ ਵਿੱਚ ਹੋਏ ਆ ਕ੍ਰਿਸ਼ਨ ਜੀ, ਤੇ ਕ੍ਰਿਸ਼ਨ ਦਾ ਅਵਤਾਰ ਕ੍ਰਿਸ਼ਨ ਜੀ ਨੇ ਧਾਰਨ ਕੀਤਾ, ਦੁਆਪਰ ਦੇ ਵੇਸ ਧਰਿਆ ਹੈ। ਤੇ ਜੁਗਾਂ ਜੁਗਾਂ ਵਿਖੇ ਉਮਰ ਦੇ ਆਚਾਰ ਪ੍ਰਾਪਤ। ਫਿਰ ਉਸ ਤੋਂ ਬਾਅਦ ਲੋਕਾਂ ਦੀ ਉਮਰ ਘਟ ਗਈ। ਫਿਰ 9 ਹਿੱਸੇ ਹੋਰ ਘਟ ਗਈ, ਜਿੱਥੇ 10,000 ਵਰਾ ਸੀ, ਫਿਰ ਉੱਥੇ ਹੀ ਲੋਕਾਂ ਦੀ ਉਮਰ ਜਿਹੜੀ ਸੀ 9 ਹਿੱਸੇ ਹੋਰ ਘਟ ਗਈ। ਕਿੰਨੀ ਰਹਿ ਗਈ? 1,000 ਵਰਾ। 1,000 ਵਰਾ ਫਿਰ ਉਮਰ ਰਹਿ ਗਈ। ਦੁਆਪਰ ਜਾਤ ਵੇਸ ਕਰ, ਜੁਗ ਜੁਗ ਔਦ ਘਟੈ ਆਚਾਰਾ। ਫਿਰ ਜੁਗਾਂ ਜੁਗਾਂ ਦੇ ਨਾਲ ਕਹਿੰਦੇ ਕਿ ਉਮਰਾਂ ਘਟਦੀ ਗਈ। ਪਹਿਲੋਂ ਸਤਿਯੁੱਗ ਦੇ ਵਿੱਚ ਲੱਖ ਵਰਾ ਸੀ, ਫਿਰ ਦੁਆਪਰ ਦੇ ਵਿੱਚ 10,000 ਵਰਾ ਰਹਿ ਗਈ, ਤੇ ਹੁਣ ਵਾਹਿਗੁਰੂ ਤ੍ਰੇਤੇ ਦੇ ਵਿੱਚ 10,000 ਵਰਾ ਰਹਿ ਗਈ। ਫਿਰ ਜਦੋਂ ਦੁਆਪਰ ਆਇਆ, ਦੁਆਪਰ ਦੇ ਵਿੱਚ 1,000 ਵਰਾ ਲੋਕਾਂ ਦੀ ਉਮਰ ਰਹਿ ਗਈ ਹੈ। ਰਿਗ ਵੇਦ ਮੈਂ ਬ੍ਰਹਮ ਕ੍ਰਿਤ, ਪੂਰਬ ਮੁਖ ਸੁਭ ਕਰਮ ਵਿਚਾਰਾ। ਫਿਰ ਉਸ ਤੋਂ ਬਾਅਦ ਕਹਿੰਦੇ ਆ ਕਿ ਰਿਗਵੇਦ ਦੇ ਵਿੱਚੋਂ ਬ੍ਰਾਹਮਣ ਕਰਮ ਕਮਾਉਣ ਲੱਗਦੇ ਆ,
ਰਿਗਵੇਦ ਉਸ ਸਮੇਂ ਦਾ ਮਹਾਨ ਗ੍ਰੰਥ ਸੀ ਦੁਆਪਰ ਦੇ ਵਿੱਚ। ਉਹਨੂੰ ਪੜ੍ਹ ਕੇ ਤੇ ਆਪਣੇ ਕਾਰ ਵਿਹਾਰ ਬ੍ਰਾਹਮਣ ਲੋਕ ਕਰਨ ਲੱਗ ਪਏ। ਰਿਗਵੇਦ ਵਿੱਚੋਂ ਬ੍ਰਾਹਮਣ ਕਰਮ ਕਮਾਉਂਦੇ ਆ ਤੇ ਪੂਰਬ ਵੱਲ ਨੂੰ ਨਮਸਕਾਰ ਕਰਨੀ ਉਹ ਆਪਣਾ ਧਰਮ ਸਮਝਣ ਲੱਗ ਪਏ। ਕਿਰਤ ਪੂਰਬ ਮੁਖ ਸ਼ੁਭ ਕਰਮ ਵਿਚਾਰਾ, ਸ਼ੁਭ ਕਰਮ ਮੰਨਦੇ ਆ ਕਿ ਪੂਰਬ ਵੱਲ ਨੂੰ ਫਿਰ ਉਹਨਾਂ ਨੇ ਨਮਸਕਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਪੂਰਬ ਦੇ ਵਿੱਚ ਹੀ ਪਰਮੇਸ਼ਰ ਅਕਾਲ ਪੁਰਖ ਵਸਦਾ ਹੈ। ਰਿਗਵੇਦ ਤੋਂ ਗਿਆਨ ਲੈ ਕੇ ਸਮੇਂ ਦਾ ਅਵਤਾਰ ਕਿਹੜਾ ਹੈ ਦੁਆਪਰ ਦੇ ਵਿੱਚ ਜਾਦਵ ਕ੍ਰਿਸ਼ਨ ਜੀ, ਤੇ ਉਮਰ ਜਿਹੜੀ ਹੈ ਲੋਕਾਂ ਦੀ ਉਹ ਘਟ ਕੇ 1000 ਵਰਾ ਰਹਿ ਗਈ ਆ। ਫਿਰ ਉਸ ਤੋਂ ਬਾਅਦ ਉਸ ਸਮੇਂ ਦਾ ਗ੍ਰੰਥ ਜਿਹੜਾ ਸੀ ਰਿਗਵੇਦ ਹੋ ਗਿਆ ਹੈ। ਫਿਰ ਉਸ ਤੋਂ ਬਾਅਦ ਬ੍ਰਾਹਮਣ ਜਿਹੜੇ ਸਨ ਉਹ ਇਸ ਧਾਰਮਿਕ ਗ੍ਰੰਥ ਹੈ ਜਿਹੜਾ ਰਿਗਵੇਦ ਦੇ ਵਿੱਚੋਂ ਲੈ ਕੇ ਪੂਰਬ ਵੱਲ ਨੂੰ ਨਮਸਕਾਰਾਂ ਕਰਨ ਨੂੰ ਆਪਣਾ ਧਰਮ ਸ਼ੁਭ ਕਰਮ ਸਮਝਣ ਲੱਗ ਪਏ। ਖੱਤਰੀ ਥਾਪੇ ਜੁਜੁਰ ਵੇਦ, ਦੱਖਣ ਮੁਖ ਬਉਦਾਨ ਦਾ ਤਾਰਾ, ਵੈਸ਼ੋਂ ਥਾਪਿਆ ਸਿਆਮ ਵੇਦ, ਪੱਛਮ ਮੁਖ ਕਰ ਸੀਸ ਨਿਵਾਰਾ। ਹੁਣ ਕਹਿੰਦੇ ਫਿਰ ਖੱਤਰੀਆਂ ਨੇ ਕੀ ਕੀਤਾ ਕਿ ਜਜੁਰਵੇਦ ਜਿਹੜਾ ਉਹ ਅਪਣਾ ਲਿਆ। ਖੱਤਰੀਆਂ ਨੇ, ਬ੍ਰਾਹਮਣਾਂ ਨੇ ਕਿਹੜਾ ਅਪਣਾਇਆ ਰਿਗਵੇਦ, ਤੇ ਖੱਤਰੀਆਂ ਨੇ ਜਜੁਰਵੇਦ ਅਪਣਾ ਲਿਆ। ਖੱਤਰੀ ਥਾਪੇ ਜਜੁਰਵੇਦ, ਦੇਖਣ ਮੁਖ ਬਉਦਾਨ ਦਾ ਤਾਰਾ। ਫਿਰ ਕੀ ਹੋਇਆ, ਖੱਤਰੀਆਂ ਨੇ ਵੇਦ ਲੈ ਲਿੱਤਾ ਦੁਆਪਰ ਵਿੱਚ ਤੇ ਦੱਖਣ ਵੱਲ ਨੂੰ ਮੂੰਹ ਕਰਕੇ ਦਾਤੇ ਬਣ ਕੇ ਦਾਨ ਕਰਨ ਲੱਗ ਪਏ। ਮੁਖ ਬਹੁ ਦਾਨ ਦਾ ਤਾਰਾ, ਦਾਤੇ ਬਣ ਕੇ ਫਿਰ ਦਾਨ ਕਰਨ ਲੱਗ ਪਏ। ਇਸ ਜਜੁਰਵੇਦ ਦੇ ਵਿੱਚੋਂ ਪੜ੍ਹ ਕੇ ਇਹਨੂੰ ਆਪਣਾ ਧਾਰਮਿਕ ਗ੍ਰੰਥ ਖੱਤਰੀਆਂ ਨੇ ਪ੍ਰਵਾਨ ਕਰ ਲਿਆ। ਫਿਰ ਉਸ ਤੋਂ ਬਾਅਦ ਵੈਸ਼ੋਂ ਥਾਪਿਆ ਸ਼ਿਆਮ ਵੇਦ, ਪੱਛਮ ਮੁਖ ਕਰ ਸੀਸ ਨਿਵਾਰਾ। ਫਿਰ ਜਿਹੜੇ ਵੈਸ਼ ਲੋਕ ਸਨ ਉਹਨਾਂ ਨੇ ਸ਼ਿਆਮ ਵੇਦ ਨੂੰ ਫੜ ਲਿਆ, ਭਾਵ ਸ਼ਿਆਮ ਵੇਦ ਨੂੰ ਨਮਸਕਾਰਾਂ ਕਰਨ ਲੱਗ ਪਏ। ਸ਼ਿਆਮ ਵੇਦ ਦੇ ਵਿੱਚੋਂ ਜਿਹੜਾ ਸੀ ਗੁਣ ਗ੍ਰਹਿਣ ਕਰਨ ਲੱਗ ਪਏ ਤੇ ਫਿਰ ਇਹਨਾਂ ਨੇ ਪੱਛਮ ਵੱਲ ਨੂੰ ਮੂੰਹ ਕਰਕੇ ਪ੍ਰਣਾਮ ਕਰਨਾ ਸ਼ੁਰੂ ਕਰ ਦਿੱਤਾ। ਵੈਸੋਂ ਥਾਪਿਆ ਸ਼ਿਆਮ ਵੇਦ, ਪੱਛਮ ਮੁਖ ਕਰ ਸੀਸ ਨਿਵਾਰਾ। ਪੱਛਮ ਵੱਲ ਨੂੰ ਮੁਖ ਕਰਕੇ ਸੀਸ ਆਪਣਾ ਜਿਹੜਾ ਹੈ ਇਹ ਨਿਵਾਉਣ ਲੱਗ ਪਏ, ਨਮਸਕਾਰਾਂ ਜਿਹੜੀਆਂ ਆ ਉਹ ਕਰਨ ਲੱਗ ਪਏ ਹਨ। ਫਿਰ ਉਸ ਤੋਂ ਬਾਅਦ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਆ, ਰਿਗ ਨੀਲੰਬਰ ਜਜੁਰ ਪੀਤ, ਸੇਵ ਤੰਬਰ ਕਰ ਸਿਆਮ ਸੁਧਾਰ, ਤ੍ਰੇਹੋ ਜੁਗੀ ਤ੍ਰੈ ਧਰਮ ਉਚਾਰਾ। ਕਹਿੰਦੇ ਇਹ ਤਿੰਨ ਧਰਮ ਜਿਹੜੇ ਸਾਨੂੰ ਕਿਹੜੇ ਕਿਹੜੇ, ਰਿਗਵੇਦ ਵਾਲੇ ਨੀਲੇ ਕੱਪੜੇ ਪਾਉਂਦੇ ਸਨ, ਫਿਰ ਜਜੁਰਵੇਦ ਵਾਲੇ ਪੀਲੇ, ਤੇ ਸਿਆਮ ਵੇਦ ਵਾਲੇ ਜਿਹੜੇ ਸੀ ਉਹ ਚਿੱਟੇ ਕੱਪੜੇ ਪਹਿਨਣ ਲੱਗ ਪਏ। ਸਾਧ ਸੰਗਤ, ਰਿਗ ਨੀਲੰਬਰ ਨੀਲੇ ਕੱਪੜੇ, ਜਜੁਰ ਪੀਤ ਦਾ ਅਰਥ ਹੈ ਪੀਲੇ ਕੱਪੜੇ, ਸੇਵਤੰਬਰ ਦਾ ਅਰਥ ਹੈ ਸੇਵਤੰਬਰ ਦਾ ਅਰਥ ਹੁੰਦਾ ਹੈ ਚਿੱਟੇ ਕੱਪੜੇ, ਕਰ ਸਿਆਮ ਸੁਧਾਰਾ। ਫਿਰ ਇਹਦੇ ਨਾਲ ਹੀ ਜਿਹੜਾ ਸਿਆਮ ਹੈ ਭਾਵ ਕ੍ਰਿਸ਼ਨ ਜੀ ਨੂੰ ਯਾਦ ਕਰਨ ਲੱਗ ਪਏ, ਸਮੇਂ ਦੇ ਅਵਤਾਰ ਨੂੰ, ਉਹਦੇ ਅਨੁਸਾਰ ਚੱਲਣ ਲੱਗ ਪਏ। ਤੇ ਪਰ ਇਹਨਾਂ ਦੇ ਆਪਣੇ ਆਪਣੇ ਗ੍ਰੰਥ ਜਿਹੜੇ ਇਹਨਾਂ ਨੇ ਮੰਨ ਲਏ ਸਨ। ਰਿਗਵੇਦ ਲੈ ਲਿਆ ਬ੍ਰਾਹਮਣਾਂ ਨੇ, ਖੱਤਰੀਆਂ ਨੇ ਜਜੁਰਵੇਦ ਲੈ ਲਿਆ, ਤੇ ਵੈਸ਼ ਜਿਹੜੇ ਸਨ ਉਹਨਾਂ ਨੇ ਉਸ ਸਮੇਂ ਦਾ ਜਿਹੜਾ ਸੀ ਸਿਆਮ ਵੇਦ ਲੈ ਲਿਆ। ਤੇ ਫਿਰ ਉਸ ਤੋਂ ਬਾਅਦ ਸਿਆਮ ਵੇਦ ਵਾਲੇ ਜਿਹੜੇ ਸੀ ਉਹ ਪਰਮੇਸ਼ਰ ਨੂੰ ਚਿੱਟੇ ਕੱਪੜੇ ਪਹਿਨ ਕੇ ਪਾਠ ਪੂਜਾ ਕਰਨ ਲੱਗ ਪਏ, ਨੀਲੇ ਕੱਪੜੇ ਜਿਹੜੇ ਸੀ ਉਹ ਬ੍ਰਾਹਮਣ ਪਹਿਨ ਕੇ ਪਾਠ ਪੂਜਾ ਕਰਨ ਲੱਗ ਪਏ ਆ। ਫਿਰ ਉਸ ਤੋਂ ਬਾਅਦ ਜਿਹੜੇ ਜਜੁਰਵੇਦ ਵਾਲੇ ਸੀ ਉਹ ਪੀਲੇ ਕੱਪੜੇ ਪਹਿਨ ਕੇ ਉਸ ਸਮੇਂ ਦੇ ਅਵਤਾਰਾਂ ਨੂੰ ਜਾਂ ਪਰਮੇਸ਼ਰ ਨੂੰ ਯਾਦ ਕਰਨ ਲੱਗ ਪਏ। ਭਾਈ ਗੁਰਦਾਸ ਜੀ ਕਹਿੰਦੇ ਆ, ਤੇਹੋ ਜੁਗੀ ਤ੍ਰੈ ਧਰਮ ਉਚਾਰਾ। ਕਹਿੰਦੇ ਇਹ ਤਿੰਨ ਯੁਗਾਂ ਦੇ ਜਿਹੜੇ ਤ੍ਰੈ ਧਰਮ ਅਸੀਂ ਉਚਾਰਨ ਕਰਦੇ ਹਾਂ। ਇੱਥੇ ਤੁਹਾਨੂੰ ਸੰਗਤ ਜੀ ਦੱਸ ਰਹੇ ਹਾਂ ਕਿ ਇਹ ਤਿੰਨ ਜਿਹੜੇ ਸੀ ਉਸ ਸਮੇਂ ਦੇ ਅਵਤਾਰ, ਤਿੰਨ ਗ੍ਰੰਥ, ਤੇ ਉਸ ਸਮੇਂ ਦੀਆਂ ਜਿਹੜੀਆਂ ਤਿੰਨ ਸ਼੍ਰੇਣੀਆਂ ਸਨ ਉਹ ਇਸ ਤਰ੍ਹਾਂ ਆਪਸ ਦੇ ਵਿੱਚ ਵੰਡੀਆਂ ਪਾ ਕੇ ਤੇ ਪਰਮੇਸ਼ਰ ਨੂੰ ਵੱਖ-ਵੱਖ ਜਗ੍ਹਾ ਦੇ ਉੱਤੇ ਜਾਣ ਕੇ ਨਮਸਕਾਰਾਂ ਕਰਨ ਲੱਗ ਪਏ ਸਨ। ਐਸੀ ਹਾਲਤ ਜਿਹੜੀ ਸੀ ਉਸ ਸਮੇਂ ਦੇ ਸੰਸਾਰ ਦੀ ਹੋ ਗਈ ਸੀ। ਸੋ ਭਾਈ ਗੁਰਦਾਸ ਜੀ ਨੇ ਇਹ ਇੱਥੇ ਵਰਣਨ ਕੀਤਾ ਹੈ ਕਿ ਕਿਵੇਂ ਕਿਵੇਂ ਜਿਹੜਾ ਸੀ ਉਸ ਸਮੇਂ ਦੇ ਅਨੁਸਾਰ ਕੀ ਹਾਲਾਤ ਉਸ ਸਮੇਂ ਬਣੇ। ਤ੍ਰੇਤੇ ਦੇ ਵਿੱਚ ਸੂਰਜਵੰਸ਼ੀ ਅਵਤਾਰ ਹੋਇਆ ਕ੍ਰਿਸ਼ਨ, ਫਿਰ ਉਸ ਤੋਂ ਬਾਅਦ ਲੋਕਾਂ ਦੀ ਆਰਜਾ ਵੀ ਘਟੀ ਹੈ, ਮਾਇਆ ਮੋਹ ਦਾ ਪਸਾਰਾ ਹੋ ਗਿਆ ਹੈ। ਫਿਰ ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਆ ਗਏ ਆ, ਫਿਰ ਕ੍ਰਿਸ਼ਨ ਜੀ ਤੋਂ ਬਾਅਦ ਲੋਕਾਂ ਦੀ ਹੋਰ ਉਮਰ ਘਟ ਗਈ ਦੁਆਪਰ ਦੇ ਵਿੱਚ। ਫਿਰ ਰਿਗਵੇਦ ਆਇਆ, ਰਿਗਵੇਦ ਜਿਹੜਾ ਸੀ ਉਹ ਬ੍ਰਾਹਮਣਾਂ ਨੇ ਅਪਣਾ ਲਿਆ, ਫਿਰ ਖੱਤਰੀਆਂ ਨੇ ਜਜੁਰਵੇਦ ਅਪਣਾ ਲਿਆ ਹੈ, ਫਿਰ ਉਸ ਤੋਂ ਬਾਅਦ ਸਿਆਮ ਵੇਦ ਜਿਹੜਾ ਸੀ ਉਹ ਵੈਸ਼ਾਂ ਨੇ ਅਪਣਾ ਲਿਆ ਹੈ, ਤੇ ਫਿਰ ਇਹ ਜਿਹੜਾ ਸੀ ਆਪਣੇ ਅਨੁਸਾਰ ਧਰਮ ਕਰਮ ਕਰਨ ਲੱਗ ਪਏ ਆ। ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਾ ਕੇ, ਨੀਲੇ ਪੀਲੇ ਚਿੱਟੇ ਪਾ ਕੇ
ਪਰਮੇਸ਼ਰ ਨੂੰ ਜਾਂ ਸਮੇਂ ਦੇ ਅਵਤਾਰਾਂ ਨੂੰ ਯਾਦ ਕਰਨ ਲੱਗ ਪਿਆ। ਇਸ ਤਰ੍ਹਾਂ ਜਿਹੜੀ ਵੰਡ ਵਰਨ ਜਿਹੜੀ ਸੀ ਉਸ ਸਮੇਂ ਸ਼ੁਰੂ ਹੋ ਗਈ ਸੀ। ਇਸ ਤਰ੍ਹਾਂ ਹਾਲਾਤ ਜਿਹੜੇ ਸੀ ਉਹ ਬਣ ਗਏ ਸਨ। ਅੱਗੇ ਸਾਧ ਸੰਗਤ ਜਿਹੜਾ ਵਰਣਨ ਹੈ, ਜਿਹੜਾ ਅੱਗੇ ਭਾਈ ਗੁਰਦਾਸ ਜੀ ਵਰਣਨ ਕਰਨਗੇ, ਜੋ ਉਸ ਸਮੇਂ ਦੇ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਵਰਣਨ ਕੀਤਾ ਹੈ। ਇਸ ਤੋਂ ਬਾਅਦ ਉਹਨਾਂ ਨੇ ਕਲਯੁਗ ਦੇ ਬਾਰੇ ਜਿਹੜੀ ਗੱਲ ਹੈ ਉਹ ਕੀਤੀ ਹੈ ਕਿ ਕਲਯੁਗ ਦਾ ਕੀ ਉਸ ਸਮੇਂ ਦਾ ਹਾਲਾਤ ਸੀ, ਕਿਵੇਂ ਕਲਯੁਗ ਜਿਹੜਾ ਸੀ ਉਹ ਵਾਪਰਿਆ ਸੀ। ਕਲਯੁਗ ਦੇ ਬਾਰੇ ਭਾਈ ਗੁਰਦਾਸ ਜੀ ਨੇ ਜਿਹੜਾ ਹੈ ਉਹ ਇਸ ਅਗਲੀ ਪੌੜੀ ਦੇ ਅੰਦਰ ਵਰਣਨ ਕੀਤਾ ਕਿ ਕਿਵੇਂ ਕਿਵੇਂ ਕਲਯੁਗ ਦਾ ਉਸ ਸਮੇਂ ਹਾਲਾਤ ਜਿਹੜੇ ਉਹ ਬਣੇ ਆ। ਸੋ ਕੀ ਭਾਈ ਗੁਰਦਾਸ ਜੀ ਵਰਣਨ ਕਰਦੇ ਆ ਇਸ ਕਲਯੁਗ ਦੇ ਬਾਰੇ। ਭਾਈ ਗੁਰਦਾਸ ਜੀ ਕਹਿੰਦੇ ਕਲਯੁਗ ਚੌਥਾ ਥਾਪਿਆ, ਸੂਦਰ ਬਿਰਤ ਜਗ ਮੈਂ ਵਰਤਾਈ, ਕਰਮ ਸੋਰਿਗ ਜਜੁਰ ਸਿਆਮ ਕੇ, करे जगत रिद बहु सुख चाई, माया मोही मेदनी कल कल वाली सब भरम नाई, उठी गिलान जगत विच हौमै अंदर जलै लुकाई, कोई ना किसै पूजदा पूजनी सब गत बिसराई, भये बेअदली पातशाह कल काती उमराए कसाई, रहया तपापस तिहो जुगी, चौथे जुग को जुग जो दे सो पाई, ਕਰਮ ਭ੍ਰਿਸ਼ਟ ਸਭ ਭਈ ਲੁਕਾਈ। ਕਿਵੇਂ ਉਹਨਾਂ ਦੇ ਕਰਮ ਜਿਹੜੇ ਭ੍ਰਿਸ਼ਟ ਹੋ ਗਏ। ਕਲਯੁਗ ਕਹਿੰਦੇ ਭਾਈ ਗੁਰਦਾਸ ਜੀ ਐਸਾ ਕਲਯੁਗ ਵਰਤਿਆ ਹੈ। 3 ਯੁਗਾਂ ਦਾ ਵਰਣਨ ਕਰਕੇ ਹੁਣ ਕਲਯੁਗ ਯੁੱਗ ਬਾਰੇ ਭਾਈ ਗੁਰਦਾਸ ਜੀ ਦੱਸਦੇ ਆ। ਕਹਿੰਦੇ ਕਲਯੁਗ ਚੌਥਾ ਥਾਪਿਆ। ਥਾਪਿਆ ਕਿੰਨੇ ਆ? ਪਰਮੇਸ਼ਰ ਨੇ ਥਾਪਿਆ। ਚੌਥਾ ਕਲਯੁਗ ਬਣਾਇਆ ਹੈ ਇਹਨਾਂ ਗ੍ਰੰਥਾਂ ਨੇ। ਚੌਥਾ ਥਾਪਿਆ ਗਿਆ ਕਲਯੁਗ। ਚੌਥਾ ਕਲਯੁਗ ਥਾਪਿਆ ਗਿਆ ਤੇ ਉਹਦੇ ਵਿੱਚ ਕੀ ਹੋਇਆ? ਕਲਯੁਗ ਚੌਥਾ ਥਾਪਿਆ, ਸ਼ੂਦਰ ਬਿਰਤ ਜਗ ਮੈਂ ਵਰਤਾਈ। ਸਾਰਿਆਂ ਦੀ ਜਿਹੜੀ ਬਿਰਤੀ ਸੀ ਉਹ ਸ਼ੂਦਰ ਬਿਰਤੀ ਹੋ ਗਈ। ਸ਼ੂਦਰ ਬਿਰਤੀ ਕੀ ਹੈ? ਸਾਧ ਸੰਗਤ, ਇੰਨੀ ਮਾੜੀ ਹਾਲਾਤ ਹੋ ਗਈ, ਲੋਕ ਬੰਦੇ ਨੂੰ ਬੰਦਾ ਨਹੀਂ ਸਮਝਦੇ। ਅੱਜ ਵੀ ਕਲਯੁਗ ਹੀ ਵਰਤ ਰਿਹਾ। ਕੋਈ ਕਿਸੇ ਦਾ ਆਪਣਾ ਨਹੀਂ, ਕੋਈ ਪਰਾਇਆ ਨਹੀਂ, ਹਰ ਕੋਈ ਠੱਗੀਆਂ ਤੇ ਹੋਇਆ ਪਿਆ। ਕਹਿੰਦੇ ਐਸੇ ਹਾਲਾਤ ਬਣ ਗਏ ਉਸ ਸਮੇਂ ਕਲਯੁਗ ਦੇ ਵਿੱਚ। ਕਲਯੁਗ ਚੌਥਾ ਥਾਪਿਆ, ਇੰਨੇ ਗੰਦੇ ਢੰਗ ਦੇ ਨਾਲ ਲੋਕ ਰਹਿਣ ਲੱਗ ਪਏ। ਸ਼ੂਦਰ ਬਿਰਤ ਜਗ ਮੈਂ ਵਰਤਾਈ, ਜਿਵੇਂ ਲੋਕਾਂ ਦੀ ਜਿਹੜੀ ਬਿਰਤੀ ਸ਼ੂਦਰ ਵਾਲੀ ਹੋ ਗਈ ਹੋਵੇ। ਲੋਕਾਂ ਦੀ ਇੰਨੀ ਗੰਦੀ ਬਿਰਤੀ ਹੋ ਗਈ ਸੀ, ਕੋਈ ਕਿਸੇ ਤਰ੍ਹਾਂ ਦਾ ਧਰਮ ਕਰਮ ਨਹੀਂ ਕਰਦਾ ਸੀ। ਭਾਵੇਂ ਤ੍ਰੇਤਾ ਸੀ, ਦੁਆਪਰ ਸੀ, ਉਹਦੇ ਵਿੱਚ ਹੰਕਾਰ ਮਾਇਆ ਮੋਹ ਪਸਰਿਆ ਸੀ। ਭਾਈ ਗੁਰਦਾਸ ਜੀ ਨੇ ਪਿਛਲੇ ਕਿਹਾ ਨਾ, 9 ਹਿੱਸੇ ਗਈ ਆਰਜਾ ਮਾਇਆ ਮੋਹ ਹੰਕਾਰ ਪਸਾਰਾ। ਹਾਂ ਉਸ ਸਮੇਂ ਵਾਪਰਿਆ ਸੀ, ਪਰ ਜੋ ਹਾਲਾਤ ਕਲਯੁਗ ਦੇ ਵਿੱਚ ਸੀ ਉਹ ਹਾਲਾਤ ਬਹੁਤ ਮਾੜੇ ਸੀ। ਐਸੀ ਉਨ ਲੋਕਾਂ ਦੀ ਬਿਰਤੀ ਹੋ ਗਈ ਕਿ ਸ਼ੂਦਰ ਬਿਰਤ ਜਗ ਮੈਂ ਵਰਤਾਈ। ਵਰਤ ਗਈ ਸ਼ੂਦਰ ਬਿਰਤੀ ਸਾਰੇ ਜਗਤ ਦੇ ਵਿੱਚ। ਕਰਮ ਸੋ ਰਿਗ ਜਜੁਰ ਸਿਆਮ ਕੇ, ਕਰੇ ਜਗਤ ਰਿਦ ਬਹੁਤ ਸੁਖ ਚਾਈ। ਕਹਿੰਦੇ ਫਿਰ ਰਿਗ ਜਜੁਰ ਅਤੇ ਸਿਆਮ ਵੇਦ ਜਿਹੜੇ ਕਹੇ ਹੋਏ ਕਰਮ, ਜਗਤ ਦੇ ਲੋਕ ਜਿਹੜੇ ਸਨ ਮਨ ਦੇ ਵਿੱਚ ਸੰਕੋਚ ਕਰਨ ਲੱਗੇ, ਭਾਵ ਉਹਨਾਂ ਤੋਂ ਦੂਰ ਹਟਣ ਲੱਗ ਪਏ। ਕਰਮ ਸੁਰਿਗ ਜਜੁਰ ਸਿਆਮ ਕੇ ਕਰੇ ਜਗਤ ਰਿਦ ਬਹੁਤ ਸੁਖਚਾਈ। ਸੁਖਚਾਈ ਦਾ ਅਰਥ ਹੁੰਦਾ ਹੈ ਕਿ ਹਟਣਾ, ਪਿੱਛੇ ਸੰਕੋਚ ਕਰਨਾ, ਰੁਕਣਾ। ਭਾਈ ਗੁਰਦਾਸ ਜੀ ਕਹਿੰਦੇ ਕਿ ਪਿਛਲੇ ਯੁੱਗ ਸਨ ਉਹਨਾਂ ਦੇ ਵਿੱਚ ਲੋਕ ਕਰਮ ਕਰਦੇ ਸਨ ਰਿਗਵੇਦ ਤੋਂ, ਜਜੁਰਵੇਦ, ਸਿਆਮਵੇਦ ਨੂੰ ਪੜ੍ਹ ਕੇ। ਪਰ ਜਦੋਂ ਕਲਯੁਗ ਆ ਗਿਆ ਇਹਦੇ ਵਿੱਚ ਲੋਕ ਇਹਨਾਂ ਗ੍ਰੰਥਾਂ ਵੱਲ ਵੇਖਣਾ ਵੀ ਚੰਗਾ ਨਹੀਂ ਸੀ ਸਮਝਦੇ। ਐਸੇ ਹਾਲਾਤ ਬਣ ਗਏ ਕਲਯੁਗ ਦੇ ਵਿੱਚ। ਐਸੇ ਹਾਲਾਤ ਬਣੇ ਕਿ ਕੋਈ ਇਹਨਾਂ ਗ੍ਰੰਥਾਂ ਵੱਲ ਵੇਖਣਾ ਵੀ ਨਹੀਂ ਸੀ ਚਾਹੁੰਦਾ। ਇਹਨਾਂ ਤੋਂ ਦੂਰ ਭੱਜਣ ਲੱਗ ਪਏ। ਅੱਜ ਵੀ ਕਿਸੇ ਨੂੰ ਕਹੀਏ ਭਾਈ ਤੂੰ ਧਾਰਮਿਕ ਗ੍ਰੰਥ ਪੜ੍ਹ ਲਾ, ਤੇਰੇ ਗਿਆਨ 'ਚ ਵਾਧਾ ਹੋਵੇ, ਆਖਿਰ ਕੀ ਉਹ ਕਹਿੰਦਾ ਮੈਨੂੰ ਕੀ ਮਿਲਣਾ ਇਹਨਾਂ ਦੇ ਵਿੱਚੋਂ। ਇਸੇ ਕਰਕੇ ਹਾਲਾਤ ਉਸ ਸਮੇਂ ਵੀ ਐਸੇ ਹੀ ਸਨ। ਸਤਿਗੁਰ ਕਹਿੰਦੇ ਕਿ ਕਲਯੁਗ ਐਸਾ ਵਰਤ ਗਿਆ ਕਿ ਸਾਰਿਆਂ ਦੀ ਬਿਰਤੀ ਸ਼ੂਦਰ ਹੋ ਗਈ। ਫਿਰ ਉਸ ਤੋਂ ਬਾਅਦ ਜਿਹੜੇ ਲੋਕ ਕਰਮ ਕਰਦੇ ਸਨ, ਕੋਈ ਰਿਗਵੇਦ ਨੂੰ ਪੜ੍ਹ ਕੇ, ਜਜੁਰ ਨੂੰ ਪੜ੍ਹ ਕੇ, ਸਿਆਮ ਨੂੰ ਪੜ੍ਹ ਕੇ ਕਰਮ ਕਰਦੇ ਸਨ, ਉਹ ਸਾਰੇ ਦੇ ਸਾਰੇ ਕਰਮ ਜਿਹੜੇ ਉਹ ਬੰਦ ਹੋ ਗਏ। ਉਹ ਕਰਮ ਲੋਕਾਂ ਨੇ ਕਰਨੇ ਬੰਦ ਕਰ ਦਿੱਤੇ ਤੇ ਸਾਰੇ ਜਗਤ ਦੇ ਵਿੱਚ ਜਿੰਨੇ ਵੀ ਲੋਕ ਸਨ ਉਹ ਇਹਨਾਂ ਗ੍ਰੰਥਾਂ ਦੇ ਜਿਹੜੇ ਕਰਮ ਸਨ ਉਹ ਕਰਨ ਤੋਂ ਸੰਕੋਚ ਕਰਨ ਲੱਗ ਪਏ, ਭਾਵ ਇਹਨਾਂ ਤੋਂ ਦੂਰ ਹਟਣ ਲੱਗ ਪਏ। ਮਾਇਆ ਮੋਹੀ ਮੇਦਨੀ ਕਲ ਕਲ ਵਾਲੀ ਸਭ ਭਰਮਾਈ, ਉੱਠੀ ਗਲਾਨ ਜਗਤ ਵਿੱਚ ਹਉਮੈ ਅੰਦਰ ਜਲੇ ਲੁਕਾਈ। ਕਹਿੰਦੇ ਐਸਾ ਸਮਾਂ ਆ ਗਿਆ, ਸ੍ਰਿਸ਼ਟੀ ਮਾਇਆ ਨੇ ਮੋਹ ਲਈ ਹੈ, ਠੱਗ ਲਈ। ਮਾਇਆ ਮੋਹੀ ਮੇਦਨੀ, ਮੇਦਨੀ ਦਾ ਅਰਥ ਹੁੰਦਾ ਹੈ ਸ੍ਰਿਸ਼ਟੀ, ਜਗਤ, ਧਰਤੀ।
ਸ੍ਰਿਸ਼ਟੀ ਜਿਹੜੀ ਹੈ ਮਾਇਆ ਨੇ ਮੋਹ ਲਈ ਹੈ, ਤੇ ਕਲਯੁਗ ਕਲ ਕਲ ਵਾਲੀ ਸਭ ਪਰਮਾਈ, ਤੇ ਕਲਯੁਗੀ ਨੇ, ਕਾਲ ਨੇ, ਕਾਲਖ ਨੇ ਜਿਹੜੀ ਸੀ ਇਹ ਕਿਰਿਆ ਸਾਰੀ ਦੁਨੀਆ ਜਿਹੜੀ ਭਰਮਾ ਲਈ, ਆਪਣੇ ਵੱਲ ਨੂੰ ਖਿੱਚ ਲਈਏ ਕਲਯੁਗ ਨੂੰ। ਭਾਵ ਕਾਲਖ ਵੱਲ ਨੂੰ, ਹਨੇਰੇ ਵੱਲ ਨੂੰ ਦੁਨੀਆ ਜਾਣ ਲੱਗ ਪਈ। ਜਦੋਂ ਧਰਮ ਗ੍ਰੰਥੀ ਪੜ੍ਹਨੇ ਮਨੁੱਖ ਬੰਦ ਕਰ ਦੇਵੇ, ਭਾਵੇਂ ਉਹ ਕਿਸੇ ਵੀ ਧਰਮ ਦਾ ਮਨੁੱਖ ਹੈ, ਜੇ ਉਹ ਧਾਰਮਿਕ ਗ੍ਰੰਥ ਆਪਣੇ ਧਰਮ ਦੇ ਪੜ੍ਹਨੇ ਬੰਦ ਕਰ ਦੇਵੇ, ਫਿਰ ਤੇ ਉਹਦਾ ਗਿਲਾਨ ਹੀ ਆ ਨਾ, ਫਿਰ ਤੇ ਘਾਟਾ ਹੀ ਉਹਦੇ ਵਾਸਤੇ। ਫਿਰ ਉਹ ਚੰਗਾ ਇਨਸਾਨ ਨਹੀਂ ਬਣ ਸਕਦਾ ਜੇ ਕੋਈ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਬੰਦ ਕਰ ਦੇਵੇ। ਮਹਾਰਾਜ ਕਹਿੰਦੇ ਲੋਕਾਂ ਨੇ ਜਜੁਰਵੇਦ, ਰਿਗਵੇਦ, ਸਿਆਮਵੇਦ ਤੋਂ ਦੂਰੀ ਵੱਟ ਲਈ, ਤੇ ਫਿਰ ਉਸ ਤੋਂ ਬਾਅਦ ਕੀ ਹੋਇਆ, ਮਾਇਆ ਪਸਰ ਗਈ। ਮਾਇਆ ਮੋਹੀ ਵੇਦਨੀ, ਕਲ ਕਲ ਵਾਲੀ ਸਭ ਪਰਮਾਈ। ਸਾਰੇ ਪਾਸੇ ਭਾਈ ਗੁਰਦਾਸ ਜੀ ਕਹਿੰਦੇ ਕਲਯੁਗ ਭਾਈ ਵਰਤ ਗਿਆ। ਐਸਾ ਹਾਲਾਤ ਜਿਹੜਾ ਹੋ ਗਿਆ ਕਿ ਉੱਠੀ ਗਿਲਾਨ ਜਗਤ ਵਿੱਚ, ਹਉਮੈ ਅੰਦਰ ਜਲੈ ਲੁਕਾਈ। ਜਗਤ ਦੇ ਵਿੱਚ ਗਿਲਾਨੀ ਆ ਗਈ, ਗਿਲਾਨੀ ਉੱਠ ਖਲੋਤੀ। ਇੰਨਾ ਗਿਲਾਨ, ਇੰਨਾ ਹੇਠਾਂ ਚਲ ਗਿਆ ਲੋਕਾਂ ਦਾ ਜੀਵਨ। ਕੋਈ ਕਿਸੇ ਨੂੰ ਬੰਦਾ ਨਹੀਂ ਸੀ ਸਮਝਦਾ, ਕੋਈ ਕਿਸੇ ਨੂੰ ਜਿਹੜਾ ਸੀ ਉਹ ਚੰਗਾ ਨਹੀਂ ਸੀ ਸਮਝਦਾ, ਆਪਣੇ ਨੇੜੇ ਨਹੀਂ ਸੀ ਲੱਗਣ ਦਿੰਦਾ। ਹਰ ਕੋਈ ਲੋਕਾਂ ਦੇ ਵਿੱਚ ਗੱਲ ਸੀ ਕਿ ਤੂੰ ਸ਼ੂਦਰ ਹੈ, ਤੂੰ ਵੈਸ਼ ਹੈ, ਤੂੰ ਬ੍ਰਾਹਮਣ ਹੈ। ਇਸ ਤਰ੍ਹਾਂ ਦੀਆਂ ਗੱਲਾਂ ਆਪਸ ਦੇ ਵਿੱਚ ਪੈ ਗਈਆਂ। ਇਸ ਐਸੀ ਗਿਲਾਨੀ ਜਗਤ ਦੇ ਵਿੱਚ ਆ ਗਈ, ਹਉਮੈ ਅੰਦਰ ਜਲੇ ਲੁਕਾਈ। ਲੁਕਾਈ ਜਿਹੜੀ ਸੀ ਜਗਤ ਦੇ ਵਿੱਚ, ਉਹ ਸਾਰੀ ਲੁਕਾਈ ਹਉਮੈ ਦੇ ਵਿੱਚ ਸੜਨ ਲੱਗ ਪਈ। ਲੋਕ ਹਉਮੈ ਦੇ ਵਿੱਚ ਸੜਨ ਲੱਗ ਪਏ। ਐਸੇ ਹਾਲਾਤ ਉਸ ਸਮੇਂ ਫਿਰ ਬਣ ਗਏ। ਕੋਈ ਨਾ ਕਿਸੇ ਪੂਜਦਾ, ਊਚ ਨੀਚ ਸਭ ਗਤ ਬਿਸਰਾਈ। ਕਹਿੰਦੇ ਕੋਈ ਕਿਸੇ ਨੂੰ ਨਹੀਂ ਸੀ ਮੰਨਦਾ। ਊਚ ਨੀਚ ਦੇ ਵਿੱਚ ਲੋਕੀ ਭੁੱਲ ਗਏ ਸੀ ਸਾਰਾ ਕੁਝ। ਹਰ ਕੋਈ ਕਹਿੰਦਾ ਸੀ ਅਸੀਂ ਉੱਚੇ ਹਾਂ, ਤੁਸੀਂ ਨੀਵੇਂ ਹੋ। ਰਿਗਵੇਦ ਪੜ੍ਹਨ ਵਾਲੇ ਜਜੁਰਵੇਦ ਵਾਲਿਆਂ ਨੂੰ ਮਾੜਾ ਕਹਿੰਦੇ ਸੀ, ਮਾੜਾ ਜਜਰ ਪੜ੍ਹਨ ਵਾਲੇ ਸਿਆਮ ਨੂੰ ਮਾੜਾ ਕਹਿੰਦੇ ਸੀ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਚਾਰ ਵਰਨ ਆ ਗਏ। ਫਿਰ ਉਹ ਚਾਰ ਵਰਨ ਜਿਹੜੇ ਸੀ ਉਹ ਆਪਸ ਦੇ ਵਿੱਚ ਲੜਨ ਲੱਗ ਪਏ। ਕੋਈ ਕਹਿੰਦਾ ਅਸੀਂ ਚੰਗੇ ਆ, ਕੋਈ ਕਹਿੰਦਾ ਅਸੀਂ ਚੰਗੇ ਆ। ਕੋਈ ਕਿਸੇ ਨੂੰ ਨੇੜੇ ਨਹੀਂ ਸੀ ਢੁਕਣ ਦਿੰਦਾ, ਕੋਈ ਕਿਸੇ ਨਾਲ ਮੰਨਦਾ, ਕੋਈ ਕਿਸੇ ਨਹੀਂ ਪੂਜਦਾ, ਕੋਈ ਕਿਸੇ ਨੂੰ ਨਹੀਂ ਸੀ ਪੂਜਦਾ। ਭਾਵ ਕੋਈ ਕਿਸੇ ਦੇ ਨੇੜੇ ਨਹੀਂ ਸੀ ਬਹਿਣਾ ਚਾਹੁੰਦਾ। ਇੰਨੀ ਗਿਲਾਨੀ ਉਸ ਸਮੇਂ ਆ ਗਈ, ਇੰਨੇ ਹਾਲਾਤ ਬਣ ਗਏ। ਕੋਈ ਨਾ ਕਿਸੇ ਪੂਜਦਾ, ਊਚ ਨੀਚ ਸਭ ਗਤ ਬਿਸਰਾਈ। ਜਿਹੜੀ ਗਤ ਸੀ ਉਹ ਬਿਸਰ ਗਈ, ਊਚ ਨੀਚ ਜਿਹੜੀ ਸੀ ਉਹ ਵਰਤ ਗਈ ਸਾਰੇ ਪਾਸੇ। ਸਾਰੇ ਪਾਸੇ ਜਿਹੜਾ ਸੀ ਉਹ ਹਨੇਰਾ ਛਾ ਗਿਆ। ਐਸਾ ਕਲਯੁਗ ਵਰਤਿਆ ਇਸ ਸਮੇਂ। ਭਏ ਬੇਅਦਲੀ ਪਾਤਸ਼ਾਹ, ਕਲ ਕਾਤੀ ਉਮਰਾਏ ਕਸਾਈ। ਕਹਿੰਦੇ ਐਸਾ ਹਾਲਾਤ ਆ ਗਏ ਕਿ ਪਾਤਸ਼ਾਹ ਜਿਹੜਾ ਸੀ ਅਨਿਆਈ ਹੋ ਗਿਆ। ਪਾਤਸ਼ਾਹ ਹੁੰਦਾ ਬਾਦਸ਼ਾਹ। ਜਿੰਨੇ ਵੀ ਬਾਦਸ਼ਾਹ ਸਨ ਸੰਸਾਰ ਦੇ, ਉਹ ਅਨਿਆਈ ਹੋ ਗਏ। ਧਰਮ ਉਹਨਾਂ ਦੇ ਅੰਦਰੋਂ ਖਤਮ ਹੋ ਗਿਆ। ਤੇ ਫੇਰ ਹੋਇਆ ਕਿ ਕਲ ਕਾਤੀ ਉਮਰਾਈ ਕਸਾਈ, ਤੇ ਕਲਯੁਗ ਦੇ ਵਿੱਚ ਕੈਂਚੀ ਤੇ ਮੁਸਾਹਬ ਕਸਾਈ ਹੋ ਗਏ। ਭਾਵ ਐਸੀ ਹਾਲਾਤ ਹੋ ਗਈ ਕਿ ਜਨਤਾ ਨੂੰ, ਦੁਨੀਆ ਨੂੰ ਜਿਹੜਾ ਸੀ ਉਹ ਬੱਕਰੀਆਂ ਦੇ ਵਾਂਗ ਸਮਝਿਆ ਜਾਣ ਲੱਗਾ, ਤੇ ਉਹਨਾਂ ਨੂੰ ਲੁੱਟਿਆ ਜਾਣ ਲੱਗਾ। ਐਸੀ ਗਿਲਾਨੀ ਜਿਹੜੀ ਸੀ ਧਰਮ ਦੇ ਵਿੱਚ ਆ ਗਈ। ਉੱਠੀ ਗਿਲਾਨੀ ਜਗਤ ਵਿੱਚ, ਹਉਮੈ ਅੰਦਰ ਜਲੇ ਲੁਕਾਈ। ਕੋਈ ਨਾ ਕਿਸੇ ਪੂਜਦਾ, ਵਾਹਿਗੁਰੂ ਕੋਈ ਨਾ ਕਿਸੇ ਪੂਜਦਾ, ਊਚ ਨੀਚ ਸਭ ਗਤ ਬਿਸਰਾਈ। ਭਏ ਬੇਅਦਲੀ ਪਾਤਸ਼ਾਹ, ਕਲ ਕਾਤੀ ਉਮਰਾਏ ਕਸਾਈ। ਕਹਿੰਦੇ ਐਸਾ ਹਾਲਾਤ ਹੋ ਗਏ ਭਾਈ ਗੁਰਦਾਸ ਜੀ ਕਹਿੰਦੇ, ਜਿਹੜਾ ਪਾਤਸ਼ਾਹ ਸੀ ਉਹ ਵੀ ਅੰਨਾ ਹੋ ਗਿਆ। ਪਾਤਸ਼ਾਹ ਭਾਵ ਦੁਨੀਆ ਦੇ ਰਾਜੇ ਵੀ ਅੰਨੇ ਹੋ ਗਏ, ਤੇ ਉਹ ਆਪਣੇ ਜਨਤਾ ਦੇ ਕੋਲੋਂ ਟੈਕਸ ਵਸੂਲਣ ਲੱਗ ਪਏ, ਆਪਣੀ ਜਨਤਾ ਦੇ ਕੋਲੋਂ ਕਰ ਲੈਣ ਲੱਗ ਪਏ। ਉਹਨਾਂ ਨੂੰ ਇੰਝ ਸਮਝਿਆ ਜਾਣ ਲੱਗਾ, ਪ੍ਰਜਾ ਨੂੰ ਇੰਝ ਸਮਝਿਆ ਜਾਣ ਲੱਗਾ ਜਿਵੇਂ ਉਹ ਬੱਕਰੀਆਂ ਦੀ ਨਿਆਈ ਹੋਣ। ਜਿਵੇਂ ਉਹ ਬੱਕਰੀਆਂ ਹੋਣ ਤੇ ਉਹਨਾਂ ਨੂੰ ਕੋਹ ਕੇ ਮਾਰਿਆ ਜਾਣ ਲੱਗਾ। ਕਿਉਂਕਿ ਸਤਿਯੁਗ ਦੇ ਵਿੱਚ ਲੋਕ ਇਸ ਗੱਲ ਵੱਲ ਧਿਆਨ ਦਿੰਦੇ ਸਨ। ਰਾਜੇ ਵੀ ਧਰਮੀ ਹੋਇਆ ਕਰਦੇ ਸਨ, ਸਾਰੀ ਪ੍ਰਜਾ ਵੀ ਧਰਮੀ ਹੋਇਆ ਕਰਦੀ ਸੀ। ਫਿਰ ਉਸ ਤੋਂ ਬਾਅਦ ਜਿਹੜਾ ਹੈ ਸਾਧ ਸੰਗਤ, ਹਾਲਾਤ ਐਸੇ ਬਣ ਗਏ ਕਿ ਜਦੋਂ ਤ੍ਰੇਤਾ ਆਇਆ ਉਦੋਂ ਵੀ ਲੋਕਾਂ ਦੇ ਵਿੱਚ ਥੋੜ੍ਹਾ ਬਹੁਤ ਧਰਮ ਸੀ। ਫਿਰ ਦੁਆਪਰ ਦੇ ਵਿੱਚ ਵੀ ਥੋੜ੍ਹਾ ਬਹੁਤ ਧਰਮ ਸੀ। ਪਰ ਜਦੋਂ ਕਲਯੁਗ ਆਇਆ ਤੇ ਧਰਮ ਖਤਮ ਹੋ ਗਿਆ। ਤੇ ਫਿਰ ਹੋਇਆ ਕਿ ਜਿਹੜੇ ਪਾਤਸ਼ਾਹ ਸੀ, ਰਾਜੇ ਸੀ, ਉਹਨਾਂ ਦੇ ਵਿੱਚ ਵੀ ਗਿਲਾਨੀ ਆ ਗਈ। ਉਹ ਵੀ ਫਿਰ ਜਿਹੜੇ ਸੀ ਉਹ ਕਲਯੁਗ ਦੇ ਨਿਆਈ ਹੋ ਗਏ। ਤੇ ਕਲਯੁਗ ਐਸਾ ਵਾਪਰਿਆ, ਕਲ ਕਾਤੀ ਉਮਰਾਏ ਕਸਾਈ। ਤੇ ਫਿਰ ਉਸ ਤੋਂ ਬਾਅਦ ਇਹ ਕਸਾਈ ਬਣ ਗਏ। ਉਮਰਾਵ ਜਿਹੜੇ ਸਨ, ਇਹ ਜਿਹੜੇ ਰਾਜੇ ਦੇ ਨਾਲ ਰਹਿਣ ਵਾਲੇ ਵਜ਼ੀਰ ਸਨ, ਇਹ ਕਸਾਈ ਬਣ ਕੇ ਆਪਣੇ ਜਿਹੜੀ ਪ੍ਰਜਾ ਸੀ ਉਹਨੂੰ ਕੋਹ ਕੇ ਮਾਰਨ ਲੱਗ ਪਏ। ਐਸੇ ਹਾਲਾਤ ਉਸ ਸਮੇਂ ਬਣ ਗਏ।
ਰਹਿਆ ਤਪਾਵਸ ਤ੍ਰਿਹੋ ਜੁਗੀ, ਚੌਥੇ ਯੁੱਗ ਜੋ ਦੇਹ ਸੋ ਪਾਈ। ਕਹਿੰਦੇ ਇਸ ਯੁੱਗ ਦੇ ਵਿੱਚ, ਤਿੰਨਾਂ ਯੁੱਗਾਂ ਦੇ ਵਿੱਚ ਧਰਮ ਰਹਿ ਗਿਆ ਸੀ। ਫਿਰ ਚੌਥੇ ਯੁੱਗ ਦੇ ਵਿੱਚ ਜਦੋਂ ਕਲਯੁਗ ਆਇਆ, ਤੇ ਕਲਯੁਗ ਦੇ ਵਿਖੇ, ਕਲਯੁਗ ਦੇ ਵਿੱਚ ਜਿਹੜਾ ਕਿਸੇ ਨੂੰ ਭਾਵ ਦੇਵੇ ਸੋ ਲੇਵੇ ਵਾਲਾ ਭਾਵ ਹੋ ਗਿਆ। ਫਿਰ ਉਸ ਤੋਂ ਬਾਅਦ ਰਹਿਆ ਤਪਾਵਸ, ਤਪਾਵਸ ਤਪ ਖਤਮ ਹੋ ਗਏ। ਤਪ ਜਿਹੜੇ ਲੋਕੀ ਨਾ ਕਰਨ, ਤ੍ਰਿਹੋ ਜੁਗੀ ਚੌਥੇ ਯੁੱਗ ਜੋ ਦੇਹ ਸੋ ਪਾਈ। ਮਹਾਰਾਜ ਕਹਿੰਦੇ, ਵਾਹਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਆ, ਰਹਿਆ ਤਪਾਵਸ ਤੇਹੋ ਜੁਗੀ, ਇਹਨਾਂ ਤਿੰਨਾਂ ਯੁੱਗਾਂ ਦੇ ਵਿੱਚ ਲੋਕੀ ਤਪ ਕਰਦੇ ਸੀ, ਧਰਮ ਕਰਮ ਕਰਦੇ ਸੀ। ਪਰ ਜਦੋਂ ਚੌਥਾ ਯੁੱਗ ਆਇਆ, ਚੌਥੇ ਯੁੱਗ ਜੋ ਦੇਹ ਸੋ ਪਾਈ। ਮਹਾਰਾਜ ਕਹਿੰਦੇ ਚੌਥੇ ਯੁੱਗ ਦੇ ਵਿੱਚ ਲੋਕੀ ਤਪ ਕੀ ਕਰਨਾ ਸੀ, ਧਰਮ ਕੀ ਕਰਨਾ ਸੀ, ਲੋਕੀ ਇੱਕ ਦੂਜੇ ਦੀਆਂ ਠੱਗੀਆਂ ਵੱਲ ਹੋ ਗਏ। ਜਿਹੜਾ ਕਰਦਾ ਸੀ ਉਹੀ ਲੈ ਲੈਂਦਾ ਸੀ। ਐਸਾ ਜਿਹੜਾ ਸੀ ਉਹ ਸਮਾਂ ਬਣ ਆਇਆ। ਭਾਵੇਂ ਕਿ ਕਲਯੁਗ ਨੂੰ ਸਤਿਗੁਰਾਂ ਨੇ ਚੰਗਾ ਵੀ ਕਿਹਾ, ਕਿਉਂਕਿ ਇਹ ਕਰ ਕਰੇ ਸੋ ਇਹ ਕਰ ਪਾਵੇ ਵਾਲੀ ਗੱਲ ਸੀ। ਇੱਥੇ ਕਿਹਾ ਜਾਂਦਾ ਸੀ ਕਿ ਜੇ ਕੋਈ ਸਤਿਯੁਗ ਦੇ ਵਿੱਚ ਕੋਈ ਮਾੜਾ ਕੰਮ ਕਰਦਾ ਸੀ ਤੇ ਉਹ ਸਾਰੇ ਦੇਸ਼ ਨੂੰ ਉਸ ਸਮੇਂ ਜਿਹੜਾ ਸੀ ਉਹ ਸਜ਼ਾ ਮਿਲਦੀ ਸੀ। ਫਿਰ ਉਸ ਤੋਂ ਬਾਅਦ ਤ੍ਰੇਤਾ ਆਇਆ, ਤ੍ਰੇਤੇ ਦੇ ਵਿੱਚ ਸਾਰੇ ਪਰਿਵਾਰ ਨੂੰ ਸਜ਼ਾ ਮਿਲਣ ਲੱਗ ਪਈ। ਫਿਰ ਉਸ ਤੋਂ ਬਾਅਦ ਜਿਹੜਾ ਸੀ ਦੁਆਪਰ ਆਇਆ, ਦੁਆਪਰ ਦੇ ਵਿੱਚ ਵੀ ਪਰਿਵਾਰ ਸੰਬੰਧੀਆਂ ਨੂੰ ਜਿਹੜੀ ਸਜ਼ਾ ਮਿਲ ਲੱਗਦੀ ਸੀ ਨਾਲ ਹੀ, ਜੇ ਕੋਈ ਇੱਕ ਬੰਦਾ ਉਹਨਾਂ ਦਾ ਕੋਈ ਪਾਪ ਕਮਾਉਂਦਾ ਸੀ। ਪਰ ਜਦੋਂ ਕਲਯੁਗ ਆਉਂਦਾ ਹੈ, ਤੇ ਕਲਯੁਗ ਦੇ ਵਿੱਚ ਕੀ ਹੁੰਦਾ ਹੈ ਸਾਧ ਸੰਗਤ, ਕਿ ਜਿਹੜਾ ਕਰਦਾ ਉਹਨੂੰ ਹੀ ਆਪਣੇ ਕੀਤੇ ਹੋਏ ਕਰਮ ਦਾ ਫਲ ਉਸੇ ਵੇਲੇ ਹੀ ਮਿਲ ਜਾਂਦਾ। ਜੋ ਕਰੇ ਇਹ ਕਰ ਕਰੇ ਸੋ ਇਹ ਕਰ ਪਾਵੇ ਵਾਲੀ ਗੱਲ ਹੋਣ ਲੱਗ ਪਈ। ਕਹਿੰਦੇ ਜਿਹੜਾ ਕਿਸੇ ਨੂੰ ਦੇਵੇ ਸੋ ਲੇਵੇ, ਭਾਵ ਪਰਉਪਕਾਰ ਦਾ ਕੁਝ ਗੱਲ ਰਹੀ ਨਹੀਂ ਸੀ। ਲੋਕੀ ਪਹਿਲਾਂ ਪਰਉਪਕਾਰੀ ਸਨ, ਪਰ ਹੁਣ ਪਰਉਪਕਾਰੀ ਨਹੀਂ ਰਹੇ। ਜੇ ਕੋਈ ਕਿਸੇ ਨੂੰ ਦਿੰਦਾ ਹੈ ਤੇ ਉਹ ਵਾਪਸ ਉਹ ਤੋਂ ਦੁੱਗਣਾ ਮੰਗਦਾ ਹੈ। ਇਹੋ ਹਾਲਾਤ ਹੈ ਨਾ ਅੱਜ ਵੀ, ਕਿ ਜੇ ਕਿਸੇ ਨੂੰ ਕੋਈ ਦਿੰਦਾ ਹੈ, ਉਹ ਕਹਿੰਦਾ ਕਿ ਮੈਨੂੰ ਇਹ ਦੁੱਗਣਾ ਮਨੁੱਖ ਕਰਕੇ ਮੋੜੇ। ਮੈਂ ਇਹਦੇ ਕੋਲੋਂ ਇੰਨਾ ਕੁ ਧਨ ਨਹੀਂ ਲਵਾਂਗਾ। ਜੇ ਕਿਸੇ ਨੇ 1000 ਦਿੱਤਾ, ਉਹਦੇ ਕੋਲੋਂ 1000 ਵਾਪਸ ਲੈ ਲਿਆ, ਤੇ ਅਗਲੇ ਦਿਨ ਹੀ ਉਹਨੂੰ ਕਹਿ ਦਿੰਦਾ ਹੈ ਕਿ ਭਾਈ ਮੈਨੂੰ 2000 ਦੀ ਲੋੜ ਹੈ। ਇਸ ਤਰ੍ਹਾਂ ਦੇ ਹਾਲਾਤ ਬਣ ਗਏ ਅੱਜ ਦੇ ਸਮੇਂ ਵੀ ਆਪਾਂ ਦੇਖ ਹੀ ਰਹੇ ਹਾਂ। ਸੋ ਇਸ ਤਰ੍ਹਾਂ ਕਹਿੰਦੇ ਇਹ ਕਰ ਕਰੇ ਸੋ ਇਹ ਕਰ ਲੇਵੈ, ਇਸ ਤਰ੍ਹਾਂ ਦਾ ਹਾਲਾਤ ਹੋ ਗਏ। ਯੁੱਗ ਜੋ ਦੇ ਸੋ ਪਾਈ, ਜੋ ਕੋਈ ਵੀ ਦਿੰਦਾ ਸੀ ਉਹਨੂੰ ਲੈਣ ਵਾਸਤੇ ਹੀ ਇੱਕ ਦੂਜੇ ਨਾਲ ਸੰਬੰਧ ਜੋੜਿਆ ਜਾਂਦਾ ਸੀ। ਕਰਮ ਭ੍ਰਿਸ਼ਟ ਸਭ ਭਈ ਲੁਕਾਈ। ਭਾਈ ਗੁਰਦਾਸ ਜੀ ਸੰਤ ਕਹਿੰਦੇ ਆ ਕਿ ਜਿਹੜੇ ਕਰਮ ਲੋਕ ਸਤਿਯੁਗ ਤ੍ਰੇਤੇ ਦੁਆਪਰ ਦੇ ਵਿੱਚ ਕਰਦੇ ਸਨ, ਉਹ ਸਾਰੇ ਦੇ ਸਾਰੇ ਕਰਮ ਭ੍ਰਿਸ਼ਟ ਹੋ ਗਏ। ਕਰਮ ਭ੍ਰਿਸ਼ਟ ਸਭ ਭਈ ਲੁਕਾਈ, ਸਾਰੀ ਲੁਕਾਈ ਜਿਹੜੀ ਸੀ, ਸਾਰੇ ਲੋਕ ਜਿਹੜੇ ਸਨ ਉਹ ਕਰਮ ਛੱਡ ਕੇ ਕਰਮਾਂ ਤੋਂ ਭ੍ਰਿਸ਼ਟ ਹੋ ਗਏ। ਕਰਮ ਕਰਨੇ ਛੱਡ ਕੇ ਸਾਰੇ ਦੇ ਸਾਰੇ ਲੋਕ ਜਿਹੜੇ ਸੀ ਉਹ ਭ੍ਰਿਸ਼ਟ ਹੋ ਗਏ। ਐਸੇ ਹਾਲਾਤ ਜਿਹੜੇ ਭਾਈ ਗੁਰਦਾਸ ਜੀ ਕਹਿੰਦੇ ਇਸ ਜਗਤ ਦੇ ਵਿੱਚ ਵਰਤ ਗਏ। ਐਸੇ ਹਾਲਾਤ ਲੋਕਾਂ ਦੇ ਜਿਹੜੇ ਸੀ ਉਸ ਸਮੇਂ ਹੋ ਗਏ। ਇਸ ਤਰ੍ਹਾਂ ਲੁਕਾਈ ਜਿਹੜੀ ਹੈ ਉਹ ਧਰਮ ਨੂੰ ਛੱਡ ਕੇ ਪਾਪ ਕਮਾਉਣ ਵੱਲ ਹੋ ਗਈ। ਜਿਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਨਮ ਲਿਆ, ਤੇ ਇਹ ਸਾਰਾ ਕੁਝ ਸਤਿਗੁਰਾਂ ਨੇ ਜਿਹੜਾ ਸੀ ਇਹਨੂੰ ਵਰਤਾਰੇ ਨੂੰ ਠੱਲ ਪਾਈ। ਸਤਿਗੁਰਾਂ ਨੇ ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜੋ ਗੁਰਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ, ਭਾਵੇਂ ਕਿ ਅੱਜ ਵੀ ਕਲਯੁਗ ਹੈ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਸਾਧ ਸੰਗਤ ਹਾਲਾਤ ਅੱਜ ਵੀ ਮਾੜੇ ਨੇ, ਪਰ ਫਿਰ ਵੀ ਜੋ ਸਤਿਗੁਰਾਂ ਦੀ ਗੁਰਬਾਣੀ ਪੜ੍ਹਦਾ ਹੈ, ਸਤਿਗੁਰਾਂ ਦੀ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ 'ਚ ਵਿਚਾਰਦਾ ਹੈ, ਉਹਦੇ ਅੰਦਰ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਮੈਂ ਕਿਹੜਾ ਕਰਮ ਚੰਗਾ ਕਰਨਾ ਹੈ ਤੇ ਕਿਹੜਾ ਮੈਂ ਚੰਗਾ ਨਹੀਂ ਕਰ ਰਿਹਾ। ਉਹਨੂੰ ਇਹ ਗੱਲ ਪਤਾ ਲੱਗਦੀ ਹੈ। ਪਰ ਜ਼ਿਆਦਾਤਰ ਲੋਕ ਜਿਹੜੇ ਆ ਉਹ ਅੱਜ ਵੀ ਇਹਨਾਂ ਗੱਲਾਂ ਦੇ ਵਿੱਚ ਹੀ ਭਟਕੇ ਪਏ ਆ। ਅੱਜ ਵੀ ਉਹਨਾਂ ਦੇ ਅੰਦਰ ਇਹ ਗਲਾਨੀ ਹੈ, ਧਾਰਮਿਕ ਤੌਰ ਤੇ ਵੀ ਗਲਾਨੀ ਹੈ। ਜੇ ਕੋਈ ਰਾਜਨੀਤਿਕ ਤੌਰ ਦੇ ਉੱਤੇ ਤੁਰਿਆ ਫਿਰਦਾ, ਉਹਦੇ ਅੰਦਰ ਵੀ ਇਹੀ ਗਲਾਨੀ ਆਈ ਹੋਈ ਹੈ। ਭਾਵ ਉਹਦੇ ਅੰਦਰ ਵੀ ਕਲਯੁਗ ਵਰਤਿਆ ਹੋਇਆ। ਕਲਯੁਗ ਹੈ ਕਿ ਇਹੀ ਕਲਯੁਗ ਹੈ ਨਾ, ਜੋ ਸੰਸਾਰ ਦਾ ਵਰਤਾਰਾ। ਹਰ ਕੋਈ ਆਪਣੇ ਆਪ ਨੂੰ ਚੰਗਾ ਕਹਿੰਦਾ ਹੈ, ਪਰ ਕੋਈ ਵੀ ਇਹ ਗੱਲ ਨਹੀਂ ਸੋਚਦਾ ਕਿ ਚੰਗਾ ਤੇ ਮਾੜਾ ਹੈ ਕੀ। ਅਸਲ ਦੇ ਵਿੱਚ ਕੀ ਚੰਗਾ ਹੈ ਮੇਰੇ ਵਾਸਤੇ, ਕੀ ਮਾੜਾ ਹੈ। ਇਹ ਲੁਕਾਈ ਜਿਹੜੀ ਹੈ ਇਹ ਧਰਮ ਤੋਂ ਦੂਰ ਹੋ ਗਈ। ਐਸਾ ਸੰਸਾਰ ਦੇ ਵਿੱਚ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤਾ ਕਿ ਇਸ ਤਰ੍ਹਾਂ ਜਿਹੜਾ ਕਲਯੁਗ ਵਰਤਿਆ। ਸਤਿਯੁਗ ਦੁਆਪਰ ਤੇ ਤ੍ਰੇਤਾ ਆਇਆ, ਫਿਰ ਉਸ ਤੋਂ ਬਾਅਦ ਕਲਯੁਗ ਦੇ ਵਿੱਚ ਲੁਕਾਈ ਦਾ ਇਹ ਹਾਲ ਹੋਇਆ। ਤੇ ਕੱਲ ਨੂੰ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕਰਨੀ ਹੈ ਕਿ ਜਿਹੜੇ 6 ਸ਼ਾਸਤਰ ਲਿਖੇ ਗਏ, ਜਿਨ੍ਹਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਧਰਮ ਦਾ ਗਿਆਨ ਜਿਹੜਾ ਦਿੱਤਾ ਗਿਆ। ਜਿਹੜੇ 6 ਸ਼ਾਸਤਰ ਜਿਨ੍ਹਾਂ ਦਾ ਸਤਿਗੁਰਾਂ ਨੇ, ਆਪਾਂ ਸੋਹਿਲੇ ਸਾਹਿਬ ਦੀ ਬਾਣੀ 'ਚ ਹੀ ਪੜ੍ਹਦੇ ਨਾ, 6 ਕਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਉਹਦੇ ਬਾਰੇ ਕੀ ਉਹਨਾਂ ਨੇ ਵਿਸਥਾਰ ਦੇ ਨਾਲ ਭਾਈ ਗੁਰਦਾਸ ਜੀ ਨੇ ਦੱਸਣਾ ਕੀਤਾ। ਉਹ ਪੂਰੇ ਦਾ ਪੂਰਾ ਵਿਸਥਾਰ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਦਿੱਤਾ ਹੈ।
ਉਹਦੇ ਬਾਰੇ ਆਪਾਂ ਕੱਲ ਨੂੰ ਵਿਚਾਰ ਕਰਨੀ ਹੈ। ਕੱਲਾ ਕੱਲਾ ਸ਼ਾਸਤਰ ਜਿਹੜਾ ਵਿਚਾਰਨਾ ਹੈ, ਕੱਲੇ ਕੱਲੇ ਸ਼ਾਸਤਰ ਦੀ ਕੀ ਵਿਚਾਰ ਹੈ ਭਾਈ ਗੁਰਦਾਸ ਜੀ ਨੇ ਦੱਸੀ, ਉਹਦੇ ਬਾਰੇ ਆਪਾਂ ਕੱਲ ਨੂੰ ਵਿਚਾਰ ਕਰਨੀ ਹੈ। ਸੋ ਇੱਥੇ ਭਾਈ ਗੁਰਦਾਸ ਜੀ ਨੇ ਪਿਛਲੇ ਦਿਨਾਂ ਦੇ ਅੰਦਰ ਜੋ ਦੱਸਿਆ ਸੀ ਕਿ 4 ਯੁੱਗ 4 ਵੇਦ, ਤੇ ਫਿਰ ਇਹਨਾਂ ਯੁੱਗਾਂ ਦੇ ਅਵਤਾਰਾਂ ਦੇ ਬਾਰੇ ਗੱਲ ਕਰਕੇ ਫਿਰ ਇਹ ਗੱਲ ਕੀਤੀ ਹੈ ਕਿ ਕਿਵੇਂ ਲੋਕਾਂ ਦਾ ਜਿਹੜਾ ਸੀ ਧਰਮ, ਉਹ ਇਹਨਾਂ ਦੇ ਵਿੱਚ ਧਰਮ ਹੌਲੀ ਹੌਲੀ ਖਤਮ ਹੁੰਦਾ ਗਿਆ, ਉਹਨਾਂ ਦੀ ਆਰਜਾ ਵੀ ਘਟਦੀ ਗਈ, ਉਹ ਫਿਰ ਆਪਣੇ ਆਪ ਦੇ ਵਿੱਚ ਵੱਖ ਹੋ ਕੇ ਪਰਮੇਸ਼ਰ ਨੂੰ ਧਿਆਉਣਾ ਭੁੱਲ ਗਏ, ਕਿਵੇਂ ਕਿਵੇਂ ਉਹਨਾਂ ਦੇ ਵਿੱਚ ਗਲਾਨੀ ਆਈ। ਇਹ ਸਾਰੀ ਗੱਲਬਾਤ ਇੱਥੋਂ ਤੱਕ ਭਾਈ ਗੁਰਦਾਸ ਜੀ ਨੇ ਦੱਸੀ ਹੈ। ਅੱਗੇ ਫਿਰ 6 ਸ਼ਾਸਤਰਾਂ ਦੇ ਵਿਚਾਰ ਹੈ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦੇ ਬਾਰੇ ਜਿਹੜੀ ਕਥਾ ਹੈ ਉਹ ਆਰੰਭ ਹੋਣੀ ਹੈ। ਜਿਸ ਤਰ੍ਹਾਂ ਆਪ ਜੀ ਹੁਣ ਜੁੜਦੇ ਹੋ, ਇਸੇ ਤਰ੍ਹਾਂ ਸਾਧ ਸੰਗਤ ਆਪ ਜੀ ਨੇ ਜੁੜ ਕੇ ਜੋ ਸਤਿਗੁਰਾਂ ਨੇ, ਜੋ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਬਾਰੇ ਉਪਦੇਸ਼ ਦਿੱਤਾ ਹੈ ਕਿ ਕਿਵੇਂ ਕਿਵੇਂ ਸਤਿਗੁਰਾਂ ਨੇ ਆ ਕੇ ਜਗਤ ਦਾ ਪਾਰ ਉਤਾਰਾ ਕੀਤਾ, ਕਿਵੇਂ ਸਤਿਗੁਰਾਂ ਨੇ ਜਗਤ ਨੂੰ ਠੱਲ ਪਾਈ, ਕਿਉਂਕਿ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਕਿਵੇਂ ਅਰਦਾਸ ਕਰ ਰਹੀ ਸੀ ਮੇਦਨੀ, ਕੀ ਹਾਲਾਤ ਸਨ। ਫਿਰ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਫਿਰ ਸਤਿਗੁਰੂ ਨਾਨਕ ਸਾਹਿਬ ਨੇ ਪ੍ਰਗਟ ਹੋ ਕਰਕੇ ਤੇ ਫਿਰ ਇਸ ਕਲਯੁਗ ਨੂੰ ਠੱਲ ਪਾਈ ਹੈ। ਉਹਦੇ ਬਾਰੇ ਫਿਰ ਗੱਲਬਾਤ ਆਪਾਂ ਸਾਧ ਸੰਗਤ ਕੱਲ ਤੋਂ ਵਿਚਾਰਨੀ ਹੈ। 6 ਸ਼ਾਸਤਰਾਂ ਦੀ ਵਿਚਾਰ ਹੈ, ਬਹੁਤ ਸੁੰਦਰ ਵਿਚਾਰ ਹੈ, ਸੁਣਨ ਵਾਲੀ ਵਿਚਾਰ ਹੈ, ਕਿਉਂਕਿ ਆਪਾਂ ਪੜ੍ਹਦੇ ਜਾਂਦੇ ਹਾਂ ਕਿ 6 ਘਰ 6 ਗੁਰੂ 6 ਉਪਦੇਸ਼, ਪਰ ਉਹ 6 ਸ਼ਾਸਤਰਾਂ ਦੀ ਵਿਚਾਰ ਹੈ ਕਿ ਉਹਨਾਂ 6 ਸ਼ਾਸਤਰਾਂ ਦੇ ਵਿੱਚ ਲਿਖਿਆ ਕੀ ਗਿਆ ਹੈ, ਉਹ ਭਾਈ ਗੁਰਦਾਸ ਜੀ ਵਿਸਥਾਰ ਦੇ ਨਾਲ ਕੱਲ ਨੂੰ ਉਹ ਕਥਾ ਆਰੰਭ ਹੋਏਗੀ। ਸੋ ਇਸੇ ਤਰ੍ਹਾਂ ਆਪ ਜੀ ਨੇ ਜੁੜ ਕੇ ਲਾਹਾ ਲੈਂਦੇ ਰਹਿਣਾ। ਸੋ ਇੰਨੀਆਂ ਕੁ ਬੇਨਤੀਆਂ ਸਾਧ ਸੰਗਤ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਜੇ ਆਪ ਜੀ ਨੇ ਕੁਝ ਪੁੱਛਣਾ ਹੈ ਤੇ ਮਾਈਕ ਔਨ ਕਰ ਲਓ, ਉਪਰੰਤ ਆਪਾਂ ਫਿਰ ਸਮਾਪਤੀ ਕਰੀਏ। ਹਾਂਜੀ ਭਾਈ। ਵਾਹਿਗੁਰੂ। ਠੀਕ ਹੈ ਸਾਧ ਸੰਗਤ, ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਜੁੜ ਕੇ ਆਪ ਜੀ ਲਾਹਾ ਲੈ ਰਹੇ ਹੋ। ਇਹੀ ਕਲਾਸਾਂ ਜਿਹੜੀਆਂ ਹਨ ਇਹ ਫੇਸਬੁੱਕ ਪੇਜ ਦੇ ਉੱਪਰ ਵੀ ਚੱਲ ਰਹੀਆਂ ਹਨ, ਸ਼ਾਣੀ ਗੁਰਦੁਆਰੇ ਦੇ ਫੇਸ ਉੱਪਰ ਕਲਾਸਾਂ ਵੀ ਚੱਲ ਰਹੀਆਂ ਹਨ ਪੇਜ ਦੇ ਉੱਪਰ, ਤੇ ਨਾਲ ਨਾਲ ਜਿਹੜੀ ਕਥਾ ਗੁਰੂ ਤੇਗ ਬਹਾਦਰ ਜੀ ਦੇ 400 ਸਾਲ ਨੂੰ ਸਮਰਪਿਤ ਹੈ ਉਹ ਕਥਾ ਵੀ ਚੱਲ ਰਹੀ ਹੈ, ਉਹ ਵੀ ਸੁਣ ਕੇ ਆਪ ਜੀ ਲਾਹਾ ਪ੍ਰਾਪਤ ਕਰਿਆ ਕਰੋ। ਜੋ ਵਿਸ਼ੇਸ਼ ਉਪਰਾਲੇ ਆਪ ਸਭ ਸੰਗਤ ਦੇ ਸਹਿਯੋਗ ਦੇ ਨਾਲ ਤੁਹਾਡੇ ਵਾਸਤੇ ਕੀਤੇ ਜਾ ਰਹੇ ਹਨ, ਇਸ ਕਰਕੇ ਜ਼ਰੂਰ ਲਾਹਾ ਪ੍ਰਾਪਤ ਕਰੀਏ, ਕਿਉਂਕਿ ਸੰਸਾਰ ਦੇ ਵਿੱਚ ਜੇ ਆਏ ਹਾਂ, ਜੇ ਧਰਮ ਕਰਮ ਕਰਕੇ ਜਾਵਾਂਗੇ ਤਾਂ ਹੀ ਸਾਨੂੰ ਫਾਇਦਾ ਹੈ, ਕਿਉਂਕਿ ਬਾਕੀ ਸੰਸਾਰ ਦੇ ਕਾਰਜ ਚੱਲਦੇ ਰਹਿੰਦੇ ਆ ਤੇ ਚੱਲਦੇ ਰਹਿਣੇ, ਸਾਡੇ ਤੋਂ ਬਾਅਦ ਵੀ ਚੱਲਦੇ ਰਹਿਣੇ ਜੇ ਅਸੀਂ ਨਹੀਂ ਹੋਵਾਂਗੇ। ਪਰ ਧਰਮ ਕਮਾਇਆ ਹੋਇਆ ਜਿਹੜਾ ਉਹ ਮਨੁੱਖ ਦੇ ਨਾਲ ਜਾਂਦਾ ਹੈ। ਇਸ ਕਰਕੇ ਵੱਧ ਤੋਂ ਵੱਧ ਜੁੜਨ ਦੀ ਪ੍ਰੇਰਨਾ ਆਪ ਵੀ ਕਰਿਆ ਕਰੋ, ਆਪ ਵੀ ਜੁੜਿਆ ਕਰੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।